स्वागत तुसी देख रहे हो प्रोग्राम गल्लां ते गीत ते मैं हाँ तुहाडे नाल सुरभि शर्मा। अज मैनूं एक 17 याद आ रही ने कि 3 दूनी 6 ते 4 दूनी 8 मैं तेनू छूवां तू छेती छेती भज। इहो जिहियां 17 ना असीं बचपन दे विच बहुत सुनते सी ते बच्चिआं नूं बोलदे होए भी सुनते आ। साडे दादा दादी नाना नानी ते साडे बजुर्ग कह लीए कि सानूं बहुत सारियां ऐसियां कहानियां सुनाते सी जिस विच भूत प्रेत हो गए, जादूगर हो गए, राजा रानी ते परियां शामिल हुंदियां सी। ते ये सब कुछ ना साडे एक बाल साहित्य का हिस्सा है। सो बाल साहित्य साडी जिंदगी दे विच बहुत ही अहम भूमिका निभांदा है, खास करके साडे बचपन दे विच। होर की कुछ भूमिका जिहड़ा बाल साहित्य निभांदा है एक बच्चिआं दे जीवन दे विच, इस सब बारे सानूं जानकारी देण दे लई साडे स्टूडियो विच अज मौजूद ने डॉक्टर दर्शन सिंह आष्ट जी, जो कि एक श्रोमणी पंजाबी बाल साहित्य लेखक हैं और साहित्य अकादमी अवॉर्डी हैं। इस दे नाल ही स्टेट अवॉर्डी भी रहे हैं। इन्होंने हुण तक 110 पुस्तकां लिखियां ने ते कहानियां दे उत्ते, खास करके बच्चों की कहानियां उत्ते PhD की ने ते इस समय पंजाबी यूनिवर्सिटी पटियाला दे विच कार्यशील हैं। बहुत बहुत स्वागत है सर तुहाडा साडे स्टूडियो। शुक्रिया शुक्रिया सुरभि जी। जे मैं छोटे बच्चों की गल करां ते बच्चों की शख्सियत नूं तुसीं किस तरह देखते हो? ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਮੈਂ ਸਮਝਦਾ ਕਿ ਬੱਚਾ ਸਾਡੇ ਮਨੁੱਖੀ ਸਮਾਜ ਦੀ ਫੁਲਵਾੜੀ ਦਾ ਸਭ ਤੋਂ ਖੂਬਸੂਰਤ ਫੁੱਲ ਹੈ ਜੀ। ਇਸ ਫੁੱਲ ਦੀ ਜਿਹੜੀ ਖੁਸ਼ਬੂ ਹੈ ਉਹ ਦੁਨੀਆ ਨੂੰ ਨਿਸ਼ਾਨਦੀ ਆਈ ਹੈ ਜੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਬੱਚਾ ਹੈ ਉਸ ਨੂੰ ਅਸੀਂ ਮੋٹے ਤੌਰ ਤੇ 4 ਭਾਗਾਂ ਵਿੱਚ ਵੰਡ ਕੇ ਦੇਖਦੇ ਹਾਂ। ਮੰਨ ਲਓ ਕਿ ਬੱਚਾ ਜਿਹੜਾ ਹੈ 3 ਤੋਂ 5 ਸਾਲ ਦੀ ਉਮਰ ਹੈ ਬੱਚੇ ਦੀ ਜਿਹੜੀ, ਉਹ ਉਹਦੀ ਬਾਲ ਵਿਰੇਸ ਦੇ ਵਿੱਚ ਆਏਗੀ। 6 ਸਾਲ ਤੋਂ ਲੈ ਕੇ 10 ਸਾਲ ਦੀ ਜਿਹੜੀ ਉਮਰ ਹੈ ਉਹ ਬੱਚੇ ਦੀ ਅਸੀਂ ਬਾਲ ਅਵਸਥਾ ਦਾ ਨਾਮ ਦਿੰਦੇ ਉਸ ਨੂੰ ਅਸੀਂ, ਔਰ 11 ਸਾਲ ਤੋਂ ਲੈ ਕੇ 14 ਸਾਲ ਦੀ ਜਿਹੜੀ ਉਮਰ ਹੈ ਬੱਚੇ ਦੀ ਅਸੀਂ ਉਸ ਨੂੰ ਪੂਰਵ ਕਿਸ਼ੋਰ ਅਵਸਥਾ ਦਾ ਨਾਮ ਦਿੰਦੇ ਹਾਂ। ਔਰ ਇਸੇ ਤਰ੍ਹਾਂ 14 ਸਾਲਾਂ ਤੋਂ ਲੈ ਕੇ ਜਿਹੜੀ 16 ਸਾਲ ਦੀ ਉਮਰ ਹੈ ਉਹ ਬੱਚੇ ਦੀ ਕਿਸ਼ੋਰ ਅਵਸਥਾ ਦਾ ਨਾਮ ਹੈ। ਔਰ 16 ਸਾਲ ਤੋਂ ਉੱਪਰ ਜਿਹੜਾ ਬੱਚਾ ਹੈ ਉਹ ਜ਼ਬਾਨੀ ਦੀ ਜਿਹੜੀ ਦਹਲੀਜ਼ ਹੈ ਉਹ ਉਸ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਔਰ ਬੱਚੇ ਬਾਰੇ ਜਿਵੇਂ ਕਿਹਾ ਜਾਂਦਾ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਕਿਹਾ ਹੈ, ਬੱਚੇ ਜਿਹਾ ਨਾ ਮੇਵਾ ਡਿੱਠਾ ਜਿਤਨਾ ਕੱਚਾ ਉਤਨਾ ਮਿੱਠਾ। ਸੋ ਬੱਚਾ ਜਿਹੜਾ ਉਹ ਸਾਡੇ ਸਮਾਜ ਦਾ ਇੱਕ ਬੜਾ ਮਹੱਤਵਪੂਰਨ ਅੰਗ ਹੈ ਔਰ ਬੱਚਾ ਹੀ ਹੈ ਜਿਹਦੇ ਸਿਰ ਤੇ ਜਿਸ ਨੇ ਭਵਿੱਖ ਦੀ ਉਸਾਰੀ ਕਰਨੀ ਹੁੰਦੀ ਹੈ ਆਪਣੇ ਦੇਸ਼ ਦੀ, ਆਪਣੀ ਕੌਮ ਦੀ। ਇਸ ਕਰਕੇ ਬੱਚਾ ਜਿਹੜਾ ਹੈ ਉਹ ਸਾਡੇ ਸਮਾਜ ਨੂੰ ਇੱਕ ਵੱਡਾ ਹੋ ਕੇ ਐਸੀ ਸੇਧ ਦਿੰਦਾ ਹੈ ਜਿਹਦੇ ਨਾਲ ਉਹਦੀ ਆਪਣੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ ਹੈ। ਔਰ ਵੱਡੀ ਗੱਲ ਇਹ ਹੈ ਕਿ ਬੱਚੇ ਵੱਲ ਤਵੱਜੋ ਦੇਣੀ ਸਾਡੇ ਸਮਾਜ ਦਾ ਬਹੁਤ ਅਹਿਮ ਅੰਗ ਹੈ ਔਰ ਜ਼ਿੰਮੇਵਾਰੀ ਵੀ ਬਣਦੀ ਹੈ। ਜੀ। ਬਾਲ ਸਾਹਿਤ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਬਾਲ ਤੇ ਸਾਹਿਤ ਦਾ ਆਪਸ ਵਿੱਚ ਕੀ ਰਿਸ਼ਤਾ ਹੈ? ਸੁਰਭੀ ਜੀ, ਜਦੋਂ ਅਸੀਂ ਬਾਲ ਤੇ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਦੋ ਗੱਲਾਂ ਨੇ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਪਹਿਲੀ ਗੱਲ ਹੈ ਬਾਲ ਦੀ, ਜਿਸ ਨੂੰ ਅਸੀਂ ਬੱਚਾ ਕਹਿੰਦੇ ਹਾਂ। ਛੋਟਾ ਬੱਚਾ ਹੁੰਦਾ ਉਹ ਇਨਿਆਣਾ ਹੁੰਦਾ ਹੈ, ਇਆਣਾ ਹੁੰਦਾ ਹੈ, ਗੀਗਾ ਹੁੰਦਾ ਹੈ। ਉਹ ਕਈ ਨਾਮਾਂ ਦੇ ਨਾਲ ਅਸੀਂ ਬੱਚੇ ਨੂੰ ਪੁਕਾਰਦੇ ਹਾਂ, ਉਹਨੂੰ ਗੱਲਬਾਤ ਕਰਦੇ ਹਾਂ ਉਸ ਦੇ ਨਾਲ। ਲੇਕਿਨ ਜਿਹੜਾ ਸਾਹਿਤ ਹੈ, ਇੱਕ ਤੇ ਸਾਹਿਤ ਉਹ ਸੀ ਜਿਹੜਾ ਪੁਰਾਣੇ ਸਮੇਂ ਤੋਂ ਸੁਣਦੇ ਆਏ ਅਸੀਂ ਬੱਚੇ, ਔਰ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਸਾਹਿਤ ਹੈ ਉਹ ਬੱਚੇ ਦੀ ਅਗਵਾਈ ਕਰਦਾ ਹੈ। ਔਰ ਜੇ ਮੈਂ ਕਹਾਂ ਕਿ ਚੰਗਾ ਸਾਹਿਤ ਹੈ ਜਿਹੜਾ ਉਹ ਮਾਤਾ ਪਿਤਾ ਦਾ ਵੀ ਰੋਲ ਅਦਾ ਕਰਦਾ ਹੈ, ਉਹ ਚੰਗੇ ਅਧਿਆਪਕ ਦਾ ਵੀ ਰੋਲ ਕਰਦਾ ਹੈ, ਉਹ ਇੱਕ ਚੰਗੇ ਦੋਸਤ ਦਾ ਵੀ ਰੋਲ ਅਦਾ ਕਰਦਾ ਹੈ। ਔਰ ਤੁਹਾਨੂੰ ਇਹ ਸਾਹਿਤ ਹੀ ਹੈ ਜਿਹੜਾ ਦੱਸਦਾ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਿਸ ਪਾਸੇ ਜਾਣਾ ਹੈ, ਕਿਸ ਤਰ੍ਹਾਂ ਤੁਸੀਂ ਵਿਕਾਸ ਕਰਨਾ ਆਪਣੀ ਸ਼ਖਸੀਅਤ ਦਾ, ਕਿਸ ਤਰ੍ਹਾਂ ਤੁਸੀਂ ਚੰਗੇ ਨਾਗਰਿਕ ਕਰਕੇ ਦੇਸ਼ ਦੀ, ਕੌਮ ਦੀ ਜਿਹੜੀ ਹੈ ਸੇਵਾ ਕਰਨੀ ਹੈ। ਔਰ ਸਾਹਿਤ ਹੈ ਜਿਹੜਾ ਤੁਹਾਨੂੰ ਉਹ ਇੱਕ ਨਹੀਂ, ਉਹ ਕਈ ਪੱਖਾਂ ਤੋਂ ਲਾਭਕਾਰੀ ਹੁੰਦਾ ਹੈ। ਮਿਸਾਲ ਦੇ ਤੌਰ ਤੇ ਤੁਹਾਡੀ ਭਾਸ਼ਾ ਦਾ ਵੀ ਗਿਆਨ ਵਧਾਉਂਦਾ, ਉਹ ਤੁਹਾਡੀ ਉਹ ਦਿਲਚਸਪੀ ਵੀ ਪੈਦਾ ਕਰਦਾ ਹੈ, ਤੁਹਾਡੇ ਵਿਹਲੇ ਸਮੇਂ ਦੀ ਜਿਹੜੀ ਹੈ ਉਸ ਦਾ ਚੰਗੀ ਵਰਤੋਂ ਵੀ ਕਰਨੀ ਸਿਖਾਉਂਦਾ ਹੈ। ਔਰ ਉਹਦੇ ਨਾਲ ਤੁਸੀਂ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਗਿਆਨ ਹਾਸਲ ਕਰਦੇ ਹੋ ਜਿਹੜਾ ਵੱਡਾ ਹੋ ਕੇ ਤੁਹਾਡੇ ਸਾਰੀ ਜ਼ਿੰਦਗੀ ਹੈ ਜਿਹੜਾ ਉਹ ਕੰਮ ਆਉਂਦਾ ਹੈ। ਸੋ ਬਾਲ ਸਾਹਿਤ ਹੈ ਜਿਹੜਾ ਬੱਚੇ ਲਈ ਇੱਕ ਚੰਗੇ ਅਧਿਆਪਕ ਦਾ ਜਿਹੜਾ ਕੰਮ ਹੈ ਉਹ ਕਰਦਾ ਹੈ ਜੀ। ਪਹਿਲੇ ਸਮੇਂ ਦੇ ਵਿੱਚ ਨਾ ਪਰਿਵਾਰ ਵੱਡੇ ਹੁੰਦੇ ਸੀ, ਦਾਦਾ ਦਾਦੀ ਨਾਨਾ ਨਾਨੀ ਸਭ ਇਕੱਠੇ ਰਹਿੰਦੇ ਸੀ ਨਾ, ਤੇ ਕਹਾਣੀਆਂ ਜਿਹੜੀਆਂ ਸੀਗੀਆਂ ਦਾਦਾ ਦਾਦੀ ਨਾਨਾ ਨਾਨੀ ਆਪ ਬੱਚਿਆਂ ਨੂੰ ਸੁਣਾਉਂਦੇ ਹੁੰਦੇ ਸੀ, ਛੋਟੇ ਬੱਚਿਆਂ ਨੂੰ, ਕਿ ਉਹਨਾਂ ਦਾ ਮਨ ਪਰਚਾਵਾ ਹੋਵੇ, ਜਿਹਦੇ ਵਿੱਚ ਰਾਜਾ ਰਾਣੀ ਹੋ ਗਈਆਂ, ਜਾਦੂਗਰ ਹੋ ਗਏ, ਭੂਤ ਪ੍ਰੇਤ ਵੀ ਬੜੀ ਸਾਰੀ ਕਹਾਣੀਆਂ ਸੁਣਾਉਂਦੇ ਸੀ ਨਾ। ਤੇ ਅੱਜ ਦੇ ਸਮੇਂ ਦੇ ਵਿੱਚ ਵੀ ਕੀ ਇਹ ਰੁਝਾਨ ਇਸੇ ਤਰੀਕੇ ਨਾਲ ਕਾਇਮ ਹੈ? ਇਹ ਬੜਾ ਅੱਛਾ ਸਵਾਲ ਹੈ ਤੁਹਾਡਾ ਸੁਰਭੀ ਜੀ। ਜਦੋਂ ਅਸੀਂ ਬੱਚੇ ਦੀ ਗੱਲ ਕਰਦੇ ਤਾਂ ਮੈਂ ਸਮਝਦਾ ਕਿ ਜਿਹੜੇ ਪਹਿਲੇ 5 ਸਾਲ ਨੇ ਨਾ ਬੱਚੇ ਦੇ ਉਹ ਬੜੇ ਮਹੱਤਵਪੂਰਨ ਹੁੰਦੇ ਨੇ। ਇਸ ਕਰਕੇ ਬੱਚੇ ਦੇ ਪਹਿਲੇ 5 ਸਾਲ ਨੂੰ ਅਸੀਂ ਪਲਾਸਟਿਕ ਪੀਰੀਅਡ ਦਾ ਨਾਮ ਦਿੰਦੇ ਹਾਂ
ਕਿ ਉਸ 5 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦਾ ਇਨਸਾਨ ਆਪਣੇ ਬੱਚੇ ਨੂੰ ਢਾਲਣਾ ਚਾਹੇ ਔਰ ਜਿਸ ਤਰ੍ਹਾਂ ਦੇ ਸਾਂਚੇ ਵਿੱਚ ਜਿਵੇਂ ਉਹ ਚਾਹੁੰਦਾ ਹੈ ਉਸ ਤਰ੍ਹਾਂ ਉਸ ਨੂੰ ਢਾਲ ਸਕਦਾ ਹੈ। ਜਿਹੜੀ ਗੱਲ ਆਪਾਂ ਭੂਤਾਂ ਪ੍ਰੇਤਾਂ ਦੀ ਕਰਦੇ ਹਾਂ, ਪੁਰਾਣੀਆਂ ਗੱਲਾਂ ਕਰਦੇ ਹਾਂ ਉਸ ਤਰ੍ਹਾਂ ਦੀਆਂ, ਕਿ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ ਉਹ ਆਪਣੇ ਬੱਚਿਆਂ ਨੂੰ ਕਿਤੇ, ਕਿਉਂਕਿ ਖੂੰਖਾਰ ਜਾਨਵਰ ਆਮ ਹੁੰਦੇ ਸੀ ਉਸ ਵੇਲੇ, ਉਹਨਾਂ ਨੂੰ ਇਹ ਡਰ ਹੁੰਦਾ ਸੀ ਕਿ ਬੱਚੇ ਗੁਫਾਵਾਂ ਤੋਂ ਬਾਹਰ ਨਾ ਜਾਣ ਤੇ ਕਿਸੇ ਦਾ ਮਤਲਬ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਕਰਕੇ ਉਹ ਬੱਚਿਆਂ ਨੂੰ ਬੰਨ੍ਹਣ ਵਾਸਤੇ ਜਿਹੜੀਆਂ ਕੁਦਰਤੀ ਕਰੋਪੀਆਂ ਸੀ ਜਾਂ ਕੁਦਰਤੀ ਸ਼ਕਤੀਆਂ ਸੀ ਉਹਨਾਂ ਬਾਰੇ ਉਹਨੇ ਕਹਾਣੀਆਂ ਘੜੀਆਂ ਮਨੁੱਖ ਨੇ ਆਪਣੇ ਬੱਚਿਆਂ ਨੂੰ। ਉਹ ਫਿਰ ਤਰ੍ਹਾਂ ਤਰ੍ਹਾਂ ਦੀਆਂ ਦਿਲਚਸਪੀ ਦੇ ਨਾਲ ਉਹ ਕਹਾਣੀਆਂ ਸੁਣਾਉਂਦਾ ਸੀ ਕਿ ਜੀ ਮੈਂ ਜੇ ਸ਼ਿਕਾਰ ਕੀਤਾ, ਮੈਂ ਕਿਸ ਤਰ੍ਹਾਂ ਸ਼ਿਕਾਰ ਕੀਤਾ, ਉਹ ਦੌੜਿਆ ਅੱਗੇ, ਫਿਰ ਮੈਂ ਵੀ ਉਹਦੇ ਪਿੱਛੇ ਦੌੜਿਆ। ਤੋ ਇਸ ਤਰ੍ਹਾਂ ਦੀ ਦਿਲਚਸਪੀ ਬਣਾਉਂਦਾ ਸੀ। ਉਸ ਨੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਅਖੀਰ ਦੇ ਵਿੱਚ ਮੈਂ ਉਸ ਦੇ ਉੱਪਰ ਜਿੱਤ ਹਾਸਲ ਕਰ ਲਈ। ਉਹ ਜਿਹੜੀ ਦਿਲਚਸਪੀ ਸੀ ਨਾ ਉਹ ਭੂਤਾਂ ਪ੍ਰੇਤਾਂ ਜਾਦੂਗਰਾਂ ਦੀਆਂ ਕਹਾਣੀਆਂ ਦੇ ਵਿੱਚ ਵੀ ਆ ਗਈ। ਹੁਣ ਜਿਹੜੀਆਂ ਇਹ ਸਾਡੀਆਂ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਅਸੀਂ ਬੱਚਿਆਂ ਨੂੰ ਸੁਣਾਉਂਦੇ ਆ ਰਹੇ ਹਾਂ, ਇਹ ਕੇਵਲ ਸਾਡੇ ਮਨ ਦਾ ਵਹਿਮ ਸੀ। ਇਹਨਾਂ ਦੇ ਵਿੱਚ ਅੰਧ ਵਿਸ਼ਵਾਸ ਜ਼ਿਆਦਾ ਸੀ। ਔਰ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਤਾਂ ਉਹ ਸਾਡੇ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਡਰਾਕਲ ਪ੍ਰਵਿਰਤੀ ਹੈ ਜਿਹੜੀ ਇੱਕ ਨਾ ਡਰੂ ਸੋਚ ਵਾਲਾ ਬੱਚੇ ਨੂੰ ਬਣਾ ਦਿੰਦੀਆਂ ਸੀ। ਪਰ ਹੌਲੀ ਹੌਲੀ ਜਿਵੇਂ ਜਿਵੇਂ ਸਾਡਾ ਵਿਕਾਸ ਹੁੰਦਾ ਗਿਆ ਚੇਤਨਾ ਦਾ, ਉਹ ਬਾਅਦ ਦੇ ਵਿੱਚ ਫਿਰ ਬੱਚਾ ਵੀ ਸਿਆਣਾ ਬਣਦਾ ਗਿਆ। ਉਹਨੂੰ ਪਤਾ ਲੱਗਿਆ ਕਿ ਇਹ ਤਾਂ ਸਿਰਫ ਸਾਡੇ ਮਨ ਦਾ ਵਹਿਮ ਸੀ, ਇਹ ਤੇ ਅੰਧ ਵਿਸ਼ਵਾਸੀ ਗੱਲਾਂ ਸੀ, ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ, ਕੋਈ ਹਕੀਕਤ ਨਹੀਂ। ਲੇਕਿਨ ਜਿਹੜੀ ਉਹ ਦਿਲਚਸਪੀ ਜਾਦੂਗਰਾਂ ਵਾਲੀ, ਪਰੀਆਂ ਦੀਆਂ ਜਿਹੜੀਆਂ ਕਹਾਣੀਆਂ ਸੀ ਉਹ ਬੱਚੇ ਨੂੰ ਅੱਜ ਵੀ ਚੰਗੀਆਂ ਲੱਗਦੀਆਂ ਨੇ। ਲੇਕਿਨ ਅਸੀਂ ਇਹ ਦੇਖਣਾ ਹੁੰਦਾ ਕਿ ਕਿਹੜੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਬੱਚਾ ਦਿਲਚਸਪੀ ਲੈਂਦਾ ਹੈ ਔਰ ਕਿਹੜੀਆਂ ਕਹਾਣੀਆਂ ਨੇ ਜਿਨ੍ਹਾਂ ਦਾ ਬੱਚੇ ਦੇ ਨਾਲ ਜਿਹੜਾ ਸਹੀ ਮਾਰਗਦਰਸ਼ਨ ਹੈ ਉਹ ਬੱਚੇ ਦਾ ਹੋ ਸਕਦਾ ਹੈ। ਸੋ ਦਿਲਚਸਪੀ ਪਹਿਲਾਂ ਵੀ ਸੀ, ਲੇਕਿਨ ਅੱਜ ਉਹ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਨੂੰ ਬੱਚਾ ਪੜ੍ਹਨਾ ਪਸੰਦ ਨਹੀਂ ਕਰਦਾ, ਕਿਉਂਕਿ ਗਿਆਨ ਵਿਗਿਆਨ ਨੇ ਸਾਡਾ ਬੱਚਾ ਬੜਾ ਚੇਤਨ ਬਣਾ ਦਿੱਤਾ ਹੈ, ਬੜਾ ਸੂਝ ਵਾਲਾ ਬਣਾ ਦਿੱਤਾ ਹੈ। ਅੱਜ ਬੱਚਾ ਸਾਡਾ ਗਿਆਨ ਵਿਗਿਆਨ ਦੀਆਂ ਗੱਲਾਂ ਨੇ ਜਿਹੜੀਆਂ ਉਹਦੇ ਵਿੱਚੋਂ ਦਿਲਚਸਪੀ ਲੈਂਦਾ ਹੈ। ਉਹ ਪੁਰਾਣੀਆਂ ਜਿਹੜੀਆਂ ਕਹਾਣੀਆਂ ਕਦਰਾਂ ਕੀਮਤਾਂ ਸੀ ਉਹ ਪਿਛਾਂਹ ਰਹਿ ਗਈਆਂ ਨੇ ਜੀ। ਤੇ ਕਹਿੰਦੇ ਕਿ ਹਰ ਬੰਦੇ ਦੇ ਅੰਦਰ ਕਦਰਾਂ ਕੀਮਤਾਂ ਹੋਣੀਆਂ ਜ਼ਰੂਰੀ ਹੈ। ਕਿ ਬਾਲ ਸਾਹਿਤ ਵੀ ਕਦਰਾਂ ਕੀਮਤਾਂ ਦੇ ਨਾਲ ਸੰਬੰਧ ਰੱਖਦਾ ਹੈ। ਬਾਲ ਸਾਹਿਤ ਦਾ ਕਦਰਾਂ ਕੀਮਤਾਂ ਨਾਲ 9 ਮਾਸ ਦਾ ਰਿਸ਼ਤਾ ਹੈ, ਬੜਾ ਡੂੰਘਾ ਰਿਸ਼ਤਾ ਹੈ। ਅੱਛਾ, ਇਹ ਬਾਲ ਸਾਹਿਤ ਹੀ ਹੈ ਜਿਹੜਾ ਬੱਚੇ ਨੂੰ ਕਦਰਾਂ ਕੀਮਤਾਂ ਦਾ ਪਾਠ ਪੜ੍ਹਾ ਕੇ ਉਹਨੂੰ ਚੰਗਾ ਨਾਗਰਿਕ ਬਣਾਉਂਦਾ ਹੈ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਕਿ ਭਾਈ ਤੂੰ ਝੂਠ ਨਹੀਂ ਬੋਲਣਾ, ਲੇਕਿਨ ਅਸੀਂ ਝੂਠ ਬੋਲ ਰਹੇ ਹਾਂ, ਔਰ ਜੇਕਰ ਅਸੀਂ ਬੱਚੇ ਨੂੰ ਕਹੀਏ ਕਿ ਭਾਈ ਲੜਨਾ ਨਹੀਂ, ਤਾਂ ਬੱਚਾ ਸਾਨੂੰ ਸਵਾਲ ਕਰ ਦਿੰਦਾ ਹੈ ਕਿ ਤੁਸੀਂ ਆਪ ਤੇ ਚਾਚਾ ਜੀ ਨਾਲ ਲੜੇ ਹੋਏ ਹੋ। ਤੇ ਜੇਕਰ ਅਸੀਂ ਕਹਿ ਦਈਏ ਕਿ ਭਾਈ ਤੂੰ ਹਮਦਰਦੀ ਰੱਖਣੀ ਹੈ, ਦੋਸਤਾਂ ਦੇ ਨਾਲ ਪਿਆਰ ਕਰਨਾ ਹੈ, ਠੀਕ ਹੈ ਨਾ, ਵੱਡਿਆਂ ਦਾ ਸਤਿਕਾਰ ਕਰਨਾ ਹੈ, ਛੋਟਿਆਂ ਨੂੰ ਪਿਆਰ ਕਰਨਾ ਹੈ, ਤੇ ਫਿਰ ਬੱਚੇ ਦੇ ਮਨ ਦੇ ਵਿੱਚ ਸਵਾਲ ਪੈਦਾ ਹੁੰਦੇ ਨੇ ਆਪਣੇ ਮਾਤਾ ਪਿਤਾ ਨੂੰ ਦੇਖ ਕੇ, ਪਰਿਵਾਰ ਨੂੰ ਦੇਖ ਕੇ। ਹੁਣ ਜੇਕਰ ਨੈਤਿਕ ਕਦਰਾਂ ਕੀਮਤਾਂ ਦੇ ਵਿੱਚ ਵਕਤ ਦੀ ਜਿਹੜੀ ਪਾਬੰਦੀ ਹੈ ਬਹੁਤ ਜ਼ਰੂਰੀ ਹੈ, ਅਨੁਸ਼ਾਸਨ ਪਸੰਦੀ ਬਹੁਤ ਜ਼ਰੂਰੀ ਹੈ। ਜੇਕਰ ਹੁਣ ਅਸੀਂ ਸਹੀ ਸਮੇਂ ਤੇ ਦਫ਼ਤਰ ਨਹੀਂ ਜਾਵਾਂਗੇ, ਜੇਕਰ ਅਸੀਂ ਸਹੀ ਸਮੇਂ ਤੇ ਆਪਣੇ ਕੰਮ ਨਹੀਂ ਕਰਾਂਗੇ ਸਾਰੇ, ਤਾਂ ਬੱਚਾ ਸੋਚੇਗਾ ਕਿ ਤੁਸੀਂ ਆਪ ਤੇ ਸਹੀ ਸਮੇਂ ਤੇ ਕੰਮ ਨਹੀਂ ਕਰ ਰਹੇ, ਮੈਨੂੰ ਤੁਸੀਂ ਕਿਸ ਤਰ੍ਹਾਂ ਇਹ ਸਿਖਾ ਸਕਦੇ ਹੋ। ਸੋ ਨੈਤਿਕ ਕਦਰਾਂ ਕੀਮਤਾਂ ਬੱਚਾ ਤਾਂ ਹੀ ਗ੍ਰਹਿਣ ਕਰ ਸਕੇਗਾ, ਉਹ ਤੁਹਾਨੂੰ ਆਪਣਾ ਰੋਲ ਮਾਡਲ ਸਮਝਦਾ ਹੈ। ਜੋ ਕੁਛ ਬੱਚਾ ਆਪਣੇ ਸਾਹਿਤ ਦੇ ਰਾਹੀਂ ਤੁਸੀਂ ਉਹਨੂੰ ਕਹਾਣੀਆਂ ਦੇ ਰਾਹੀਂ ਦੇਣਾ ਚਾਹੁੰਦੇ ਹੋ, ਕਵਿਤਾ ਦੇ ਰਾਹੀਂ ਦੇਣਾ ਚਾਹੁੰਦੇ ਹੋ, ਉਹੀ ਕੁਛ ਗ੍ਰਹਿਣ ਕਰੇਗਾ ਜੋ ਤੁਸੀਂ ਕਰਦੇ ਹੋ। ਬੱਚਾ ਤੁਹਾਨੂੰ ਕਰਦਿਆਂ ਨੂੰ ਦੇਖ ਕੇ ਗ੍ਰਹਿਣ ਕਰੇਗਾ। ਤੁਸੀਂ ਜੇਕਰ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਉਹ ਸ਼ਾਇਦ ਨਾ ਸਿੱਖੇ। ਜਿਵੇਂ ਅਸੀਂ ਬੱਚੇ ਨੂੰ ਕੋਈ ਸਿੱਖਿਆ ਦੇਣੀ ਹੋਵੇ ਤਾਂ ਅਸੀਂ ਸਿੱਧੀ ਸਿੱਖਿਆ ਬੱਚਾ ਗ੍ਰਹਿਣ ਨਹੀਂ ਕਰੇਗਾ। ਅਸੀਂ ਉਸ ਨੂੰ, ਜਿਵੇਂ ਕੁਨੀਨ ਦੀ ਗੋਲੀ ਹੈ ਨਾ, ਉਹਦੇ ਵਿੱਚ ਉੱਪਰ ਖੰਡ ਦਾ ਲੇਪ ਹੈ ਜਿਹੜਾ, ਉਹ ਅਸੀਂ ਉਹਦੇ ਉੱਪਰ ਜਿਹੜਾ ਮਿੱਠਾ ਲੇਪ ਹੈ ਉਹ ਜਦੋਂ ਅਸੀਂ ਉਹਦੇ ਉੱਪਰ ਕੋਟ ਕਰਦੇ ਹਾਂ ਤਾਂ ਉਹ ਬੱਚਾ ਜਿਹੜਾ ਹੱਸ ਕੇ ਜਿਹੜੀ ਹੈ ਉਹ ਗੋਲੀ ਉਹ ਲੈ ਲੈਂਦਾ ਹੈ। ਸੋ ਜਿਹੜੀ ਸਿੱਖਿਆ ਹੈ ਉਹ ਕੋੜੇਪਣ ਦੀ ਸਿੱਖਿਆ ਹੈ, ਜਿਸ ਨੂੰ ਸਿੱਧੇ ਤੌਰ ਤੇ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਅਸੀਂ ਉਹਨੂੰ ਤਰੀਕੇ ਨਾਲ, ਸੋਹਣੇ ਢੰਗ ਦੇ ਨਾਲ, ਹੈ ਨਾ, ਦਿਲਚਸਪ ਢੰਗ ਦੇ ਨਾਲ ਅਸੀਂ ਸਿੱਖਿਆ ਦੇਵਾਂਗੇ ਤਾਂ ਬੱਚਾ ਉਸ ਸਿੱਖਿਆ ਨੂੰ ਆਸਾਨੀ ਨਾਲ ਗ੍ਰਹਿਣ ਕਰ ਲੈਂਦਾ ਹੈ। ਪੰਜਾਬੀ ਭਾਸ਼ਾ ਦੀ ਗੱਲ ਕਰਾਂ ਤੇ ਕਿੰਨਾ ਕੁ ਯੋਗਦਾਨ ਹੈ ਪੰਜਾਬੀ ਭਾਸ਼ਾ ਦਾ, ਇਸ ਦੇ ਵਿੱਚ ਕਿੰਨੀ ਕੁ ਭੂਮਿਕਾ ਨਿਭਾਉਂਦੇ ਬਾਲ ਸਾਹਿਤ ਦੇ ਵਿੱਚ? ਸੁਰਭੀ ਜੀ, ਭਾਸ਼ਾ ਜਿਹੜੀ ਹੈ ਇਹ ਇੱਕ ਬਹੁਤ ਵੱਡਾ, ਮੈਂ ਸਮਝਦਾ ਕਿ ਮਾਧਿਅਮ ਹੈ ਸਾਡਾ। ਹੁਣ ਜਿਹੜਾ ਮਨੁੱਖੀ ਸਮਾਜ ਹੈ ਉਹਦਾ ਸਭ ਤੋਂ ਵੱਡਾ ਸਾਧਨ ਉਹ ਭਾਸ਼ਾ ਹੀ ਹੈ। ਹੁਣ ਅਸੀਂ ਗੱਲਾਂ ਕਰ ਰਹੇ ਹਾਂ, ਇਹ ਸਾਡੇ ਕੋਲ ਭਾਸ਼ਾ ਹੈ। ਮਨੁੱਖ ਭਾਸ਼ਾਵਾਂ ਦੇ ਨਾਲ ਹੀ ਇੱਕ ਦੂਜੇ ਨਾਲ ਆਪਣੀਆਂ ਭਾਵਨਾਵਾਂ ਦਾ, ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦਾ ਹੈ। ਮੈਂ ਤੁਹਾਡੀ ਗੱਲ ਕਹੀ, ਤੁਸੀਂ ਮੇਰੀ ਗੱਲ ਸੁਣੀ, ਠੀਕ ਹੈ ਨਾ। ਇਸ ਤਰ੍ਹਾਂ ਮਨੁੱਖੀ ਸਮਾਜ ਚੱਲਦਾ ਹੈ। ਲੇਕਿਨ ਜਦੋਂ ਅਸੀਂ ਬੱਚੇ ਲਈ ਭਾਸ਼ਾ ਦੀ ਵਰਤੋਂ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਜਦੋਂ ਅਸੀਂ ਛੋਟੇ ਬੱਚੇ ਨੂੰ ਕਾਇਦਾ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਪਹਿਲਾ ਅੱਖਰ ਹੀ ਕਾਇਦੇ ਦੇ ਵਿੱਚ ਹੁੰਦਾ ਹੈ ਊੜਾ। ਊੜਾ ਹੈ ਊਠ ਜੀ, ਔਰ ਊਠ ਦਾ ਚਿੱਤਰ ਵੀ ਬਣਿਆ ਹੋਇਆ ਤੇ ਊੜੇ ਦੇ ਨਾਲ ਅਸੀਂ ਊੜਾ ਅੱਖਰ ਵੀ ਛਾਪਿਆ ਹੋਇਆ ਹੈ। ਇਹ ਭਾਸ਼ਾ ਹੈ,
ਭਾਸ਼ਾ। ਲੇਕਿਨ ਕਈ ਵਾਰ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਕਈ ਵਾਰ ਉਹ ਕੁਝ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਬੱਚੇ ਦੇ ਆਲੇ ਦੁਆਲੇ ਦਾ ਨਹੀਂ ਹੈ, ਜੋ ਉਹਨੇ ਆਂਢ ਗੁਆਂਢ ਦੇ ਵਿੱਚ ਨਹੀਂ ਦੇਖਿਆ, ਜੋ ਉਹਨੇ ਪਿੰਡ ਦੇ ਵਿੱਚ ਨਹੀਂ ਦੇਖਿਆ। ਹੁਣ ਊਠ ਹੈ ਜਿਹੜਾ ਉਹ ਸਾਡੇ ਪੰਜਾਬ ਦਾ ਜਾਨਵਰ ਨਹੀਂ ਹੈ, ਇਹ ਵਿਦੇਸ਼ੀ ਜਾਨਵਰ ਹੈ ਇੱਕ ਤਰ੍ਹਾਂ ਦਾ, ਲੇਕਿਨ ਇਹ ਮਾਰੂਥਲ ਦਾ ਜਹਾਜ਼ ਵੀ ਹੈ। ਸਾਡੇ ਪੰਜਾਬ ਦੇ ਵਿੱਚ ਊਠ ਵੀ ਰਿਹਾ ਹੈ, ਲੇਕਿਨ ਹੁਣ ਜਦੋਂ ਸਾਡੇ ਜਿਹੜੇ ਟਿੱਬੇ ਸੀਗੇ ਉਹ ਪੱਧਰੇ ਕਰ ਦਿੱਤੇ ਗਏ ਨੇ, ਮਾਰੂਥਲ ਨਹੀਂ ਜਦੋਂ ਰਹੇ, ਤਾਂ ਊਠ ਵੀ ਜਿਹੜਾ ਸਾਡਾ ਉਹ ਕਿਤੇ ਵਿਰਲਾ ਟਾਮਾ ਹੀ ਨਜ਼ਰ ਆਉਂਦਾ ਹੈ। ਇਸ ਕਰਕੇ ਤੁਸੀਂ ਹੁਣ ਦੇਖੋ ਕਿ ਜਿਹੜਾ ਊਠ ਸ਼ਬਦ ਹੈ, ਸਾਡੇ ਮਾਲਵੇ ਦੇ ਵਿੱਚ ਊਠ ਨੂੰ ਬੋਤਾ ਕਿਹਾ ਜਾਂਦਾ ਹੈ। ਅੱਛਾ, ਬੋਤਾ। ਔਰ ਜੇਕਰ ਅਸੀਂ ਇੱਧਰ ਮਾਝੇ ਵਿੱਚ ਜਾਈਏ ਤਾਂ ਉੱਥੇ ਊਠ ਬੋਲਿਆ ਜਾਂਦਾ ਹੈ, ਦੁਆਬੇ ਦੇ ਵਿੱਚ ਵੀ ਊਠ ਬੋਲਿਆ ਜਾਂਦਾ ਹੈ। ਔਰ ਜਿਵੇਂ ਹੈ ਤੈਨੂੰ ਵੀਰਾ ਦੁੱਧ ਦਾ ਛੰਨਾ, ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ। ਉੱਥੇ ਭੈਣ ਵੀ ਕਹਿੰਦੀ ਹੈ ਆਪਣੇ ਭਰਾ ਨੂੰ ਜਦੋਂ ਆਉਂਦਾ ਹੈ ਕਿ ਵੀਰਾ ਤੂੰ ਊਠ ਤੇ ਆਇਆ, ਬੋਤੇ ਤੇ ਆਇਆ, ਤੇਰੇ ਬੋਤੇ ਨੂੰ ਤਾਂ ਮੈਂ ਗੁਆਰੇ ਦੀਆਂ ਫਲੀਆਂ ਪਾਉਣੀਆਂ ਔਰ ਤੂੰ ਥੱਕ ਕੇ ਆਇਆ, ਤੈਨੂੰ ਮੈਂ ਦੁੱਧ ਦਾ ਛੰਨਾ ਦਿੰਨੀ ਹੈ। ਹੁਣ ਜਦੋਂ ਕੋਈ ਬੱਚਾ, ਮਾਝੇ ਦਾ ਬੱਚਾ ਮਾਲਵੇ 'ਚ ਆ ਕੇ ਉਹ ਬੋਤਾ ਦੇਖਦਾ ਹੈ, ਸੁਣਦਾ ਹੈ, ਤਾਂ ਉਹ ਕਹਿੰਦਾ ਕਿ ਇਹ ਤਾਂ ਊਠ ਹੈ। ਇਸ ਤਰ੍ਹਾਂ ਕੁੱਕੜੀ ਸ਼ਬਦ ਹੈ, ਭਾਸ਼ਾ ਦੀ ਆਪਾਂ ਗੱਲ ਕਰ ਰਹੇ ਹਾਂ। ਕੁੱਕੜੀ ਸ਼ਬਦ ਜਿਹੜਾ ਹੈ ਉਹ ਮਾਝੇ ਦੇ ਵਿੱਚ ਕੁੱਕੜੀ ਸ਼ਬਦ ਆਮ ਵਰਤੋਂ ਕੀਤੀ ਜਾਂਦੀ ਹੈ, ਦੁਆਬੇ ਦੇ ਵਿੱਚ ਆਮ ਵਰਤੋਂ ਕੀਤੀ ਜਾਂਦੀ ਹੈ। ਲੇਕਿਨ ਸਾਡੇ ਮਾਲਵੇ ਦੇ ਵਿੱਚ ਜਿਹੜਾ ਕੁੱਕੜੀ ਸ਼ਬਦ ਹੈ ਉਹ ਮੁਰਗੀ ਬੋਲਦੇ ਅਸੀਂ। ਮੁਰਗੀ ਬੋਲਦੇ ਆ। ਹੁਣ ਕਈ ਵਾਰ ਬੱਚਾ ਜਿਹੜਾ ਹੈ ਮਾਝੇ ਦਾ ਮਾਲਵੇ 'ਚ ਜਾਂਦਾ, ਪਹਿਲੀ ਵਾਰ ਜਦੋਂ ਜਾਂਦਾ ਹੈ ਉੱਥੇ ਜਾ ਕੇ ਉਹਨੂੰ ਕੁੱਕੜੀ ਨੂੰ ਸੁਣਦਾ ਹੈ, ਉਹ ਕਹਿੰਦੇ ਵੀ ਸਾਡੇ ਤਾਂ ਇਹ ਮੁਰਗੀ ਹੁੰਦੀ ਹੈ, ਇੱਥੇ ਆ ਕੇ ਕੁੱਕੜੀ ਕਿੱਦਾਂ ਬਣ ਗਈ। ਉਹ ਕੁੱਕੜੀ ਵਾਲਾ ਸੋਚੇਗਾ ਇਹ ਤਾਂ ਅਸੀਂ ਕੁੱਕੜੀ ਕਹਿੰਦੇ ਹਾਂ, ਤੁਹਾਡੇ ਤੁਸੀਂ ਇਹਨੂੰ ਮੁਰਗੀ ਕਿੱਦਾਂ ਆਖਦੇ ਹੋ। ਸੋ ਭਾਸ਼ਾ ਜਿਹੜੀ ਹੈ ਉਹ ਸੰਚਾਰ ਕਰਦੀ ਜਾਂਦੀ ਹੈ। ਔਰ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਜਦੋਂ ਅਸੀਂ ਬੱਚੇ ਨੂੰ ਭਾਸ਼ਾ ਦਾ ਗਿਆਨ ਦਿੰਦੇ ਹਾਂ, ਉਹਦੇ ਲਈ ਸਾਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿ ਛੋਟਾ ਜਿਹੜਾ ਬੱਚਾ 5 ਸਾਲ ਦਾ ਹੈ, ਮੰਨ ਲਓ 5 ਸਾਲ ਦੇ ਬੱਚੇ ਕੋਲੇ 2000 ਸ਼ਬਦ ਨੇ ਜਿਹੜੇ ਉਹ ਸਿੱਖੇ ਹੋਏ ਹੁੰਦੇ ਨੇ ਉਸਨੇ। ਲੇਕਿਨ ਜਦੋਂ ਭਾਸ਼ਾ ਦੇ ਵਿੱਚ ਅਸੀਂ ਬੱਚਿਆਂ ਦੇ ਸਾਹਿਤ ਰਾਹੀਂ ਉਹਦੀ ਅਗਵਾਈ ਕਰਨੀ ਹੈ ਕਿ ਬੱਚਾ ਕਿਸ ਤਰ੍ਹਾਂ ਦੇ ਸ਼ਬਦ ਸਿੱਖੇ ਆਪਣੀ ਭਾਸ਼ਾ ਦੇ ਵਿੱਚ, ਤਾਂ ਸਾਨੂੰ ਉਹਦੇ ਲਈ ਖਾਸ ਤੌਰ ਤੇ ਸਾਵਧਾਨੀ ਦੀ ਲੋੜ ਹੁੰਦੀ ਹੈ। ਮਿਸਾਲ ਦੇ ਤੌਰ ਤੇ ਜੇਕਰ ਅਸੀਂ ਕਹੀਏ ਕਿ ਭਾਈ 5 ਸਾਲ ਤੋਂ ਲੈ ਕੇ 7 ਸਾਲ ਦਾ ਜਿਹੜਾ ਬੱਚਾ ਹੈ, ਜਦੋਂ ਅਸੀਂ ਉਹਨੂੰ ਭਾਸ਼ਾ ਦਾ ਗਿਆਨ ਦੇਵਾਂਗੇ ਨਾ, ਤਾਂ ਸਾਨੂੰ ਉਹਦੇ ਲਈ ਕੇਵਲ 16 ਪੰਨਿਆਂ ਦੀ ਕਿਤਾਬ ਹੈ ਜਿਹੜੀ, ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ। ਔਰ 16 ਪੰਨਿਆਂ ਦੇ ਵਿੱਚ ਜਿਹੜੇ ਉਹਦੇ ਲਈ ਸ਼ਬਦ ਹੋਣੇ ਚਾਹੀਦੇ ਨੇ ਉਹ 32 ਹੋਣੇ ਚਾਹੀਦੇ ਨੇ। ਯਾਨੀ ਕਿ ਇੱਕ ਪੰਨੇ ਦੇ ਉੱਪਰ 2-2 ਸ਼ਬਦ ਹੋਣ ਤੇ ਨਾਲ ਹੀ ਉਹਦਾ ਇੱਕ ਰੰਗਦਾਰ ਚਿੱਤਰ ਬਣਿਆ ਹੋਇਆ ਹੋਵੇ। ਔਰ ਜਦੋਂ ਤੁਸੀਂ 8 ਸਾਲ ਤੋਂ ਲੈ ਕੇ ਤੁਸੀਂ 10 ਸਾਲ ਦੇ ਬੱਚੇ ਦੀ ਕਿਤਾਬ ਲਿਖਣੀ ਹੈ, ਤਾਂ ਉਹ ਜਿਹੜੀ ਤੁਹਾਡੀ ਪੁਸਤਕ ਹੈ 16 ਪੰਨਿਆਂ ਤੋਂ ਲੈ ਕੇ 32 ਪੰਨਿਆਂ ਦੀ ਬਣ ਜਾਣੀ ਚਾਹੀਦੀ ਹੈ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਵੱਡੀ ਏਜ ਗਰੁੱਪ ਵਾਸਤੇ ਪੁਸਤਕ ਲਿਖ ਰਹੇ ਹੋ, ਤਾਂ ਜਦੋਂ ਬੱਚਾ ਕਿਤਾਬ ਪੜ੍ਹੇਗਾ ਤੁਹਾਡੀ 32 ਪੰਨਿਆਂ ਦੀ, ਮੰਨ ਲਓ ਇੱਕ ਪੰਨਾ ਉਸਨੇ ਉਥਲਿਆ, ਅਗਲਾ ਪੰਨੇ ਤੇ ਜਦੋਂ ਗਿਆ ਤਾਂ ਉਸ ਅਗਲੇ ਪੰਨੇ ਤੇ 2 ਸ਼ਬਦ ਨੇ ਜਿਹੜੇ ਨਵੇਂ, ਉਹ ਨਵੇਂ ਹੋਣੇ ਚਾਹੀਦੇ ਨੇ, ਜਿਹੜੇ ਬੱਚੇ ਪਹਿਲਾਂ ਨਹੀਂ ਉਹਦੇ ਬਾਰੇ ਜਾਣਦਾ, ਨਹੀਂ ਸੁਣਦਾ। ਕਿਉਂਕਿ ਜੇਕਰ ਅਸੀਂ ਹਰ ਪੰਨੇ ਤੇ 2-2 ਸ਼ਬਦ ਵਾਧਾ ਕਰਦਾ ਜਾਵਾਂਗੇ ਤਾਂ ਬੱਚੇ ਦਾ ਭਾਸ਼ਾ ਦਾ ਜਿਹੜਾ ਗਿਆਨ ਹੈ ਉਹ ਵੀ ਵਧੇਗਾ, ਔਰ ਉਹਦੀ ਜਿਹੜੀ ਵੋਕੈਬਲਰੀ ਹੈ, ਸ਼ਬਦਾਵਲੀ ਹੈ ਜਿਹੜੀ, ਉਹ ਵੀ ਵਾਧਾ ਹੋਏਗਾ। ਔਰ ਇਸ ਤਰ੍ਹਾਂ ਏਜ ਗਰੁੱਪ ਹੈ ਜਿਹੜਾ 5 ਸਾਲ ਤੋਂ 8 ਸਾਲ ਦੇ ਬੱਚਿਆਂ ਵਾਸਤੇ ਭਾਸ਼ਾ ਹੋਰ ਹੋਏਗੀ, 8 ਸਾਲ ਤੋਂ 12 ਸਾਲਾਂ ਦੇ ਬੱਚਿਆਂ ਵਾਸਤੇ ਭਾਸ਼ਾ ਹੋਰ ਹੋਏਗੀ, 12 ਤੋਂ ਲੈ ਕੇ 15 ਸਾਲ ਦੇ ਬੱਚਿਆਂ ਲਈ ਭਾਸ਼ਾ ਹੋਰ ਹੋਏਗੀ, ਔਰ 15 ਤੋਂ 18 ਸਾਲ ਦੇ ਜਿਹੜੇ ਬੱਚੇ ਨੇ ਸੁਰਭੀ ਜੀ, ਉਹਨਾਂ ਵਾਸਤੇ ਟੈਕਨੀਕਲ ਜਿਹੜੇ ਵਿਸ਼ੇ ਨੇ, ਕੁਝ ਔਖੇ ਭਾਰੇ ਜਿਹੜੇ ਵਿਸ਼ੇ ਨੇ ਜਿਨ੍ਹਾਂ ਨੂੰ ਛੋਟਾ ਬੱਚਾ ਨਹੀਂ ਸਮਝ ਸਕਦਾ, ਉਹ ਵੱਡੀ ਉਮਰ ਦੇ ਵਿੱਚ ਆ ਕੇ ਬੱਚਾ ਜਿਹੜਾ ਉਸ ਲਈ ਉਸ ਤਰ੍ਹਾਂ ਦੇ ਵਿਸ਼ੇ ਨੇ ਜਿਹੜੇ ਉਹਦੀਆਂ ਕਿਤਾਬਾਂ ਵਿੱਚ ਦਿੱਤੇ ਜਾਣੇ ਚਾਹੀਦੇ ਨੇ। ਸੋ ਭਾਸ਼ਾ ਇੱਕ ਐਸਾ ਪ੍ਰਵਾਹ ਹੈ ਸਮੁੰਦਰ ਵਾਂਗ, ਜਿਹਦਾ ਨਿਰੰਤਰ ਜਿਹੜਾ ਹੈ ਉਹ ਪ੍ਰਵਾਹ ਚੱਲਦਾ ਰਹਿੰਦਾ ਹੈ। ਜਿਵੇਂ ਵਗਦੇ ਹੋਏ ਪਾਣੀ ਦੇ ਵਿੱਚ ਛੋਟੀਆਂ ਨਦੀਆਂ ਨੇ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਨੇ ਤੇ ਸਮੁੰਦਰ ਬਣਦਾ ਹੈ, ਦਰਿਆ ਬਣਦਾ ਰਹਿੰਦਾ ਹੈ, ਇਸ ਤਰ੍ਹਾਂ ਭਾਸ਼ਾ ਦੇ ਵਿੱਚ ਵੀ ਜਿਹੜਾ ਬੱਚਾ ਹੈ ਉਹ ਨਵੇਂ ਸ਼ਬਦ ਨੇ ਜਿਹੜੇ ਉਹਨਾਂ ਨੂੰ ਗ੍ਰਹਿਣ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਹੁਣ ਮਿਸਾਲ ਦੇ ਤੌਰ ਤੇ ਸਾਡੀ ਪੰਜਾਬੀ ਭਾਸ਼ਾ ਹੈ, ਸਾਡੀ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਮੈਂ ਪੈਨ ਦੀ ਗੱਲ ਕਰਾਂ, ਪੈਨਸਿਲ ਦੀ ਗੱਲ ਕਰਾਂ, ਸਕੂਲ ਦੀ ਗੱਲ ਕਰਾਂ, ਕਾਲਜ ਦੀ ਗੱਲ ਕਰਾਂ, ਯੂਨੀਵਰਸਿਟੀ ਦੀ ਗੱਲ ਕਰਾਂ, ਇਹਨਾਂ ਦੇ ਵਿੱਚ ਇੱਕ ਵੀ ਸ਼ਬਦ ਪੰਜਾਬੀ ਦਾ ਨਹੀਂ ਹੈ। ਇਹ ਸਾਰੇ ਅੰਗਰੇਜ਼ੀ ਜ਼ੁਬਾਨ ਦੇ ਸ਼ਬਦ ਨੇ, ਲੇਕਿਨ ਅਸੀਂ ਉਹ ਸ਼ਬਦ ਨੇ ਜਿਹੜੇ ਜਜ਼ਬ ਕਰ ਲਏ, ਅਸੀਂ ਆਪਣੇ ਉਹ ਗ੍ਰਹਿਣ ਕਰ ਲਏ ਨੇ। ਸੋ ਜਿੰਨੀਆਂ ਭਾਸ਼ਾਵਾਂ ਪੰਜਾਬੀ ਦੇ ਵਿੱਚ ਆਉਂਦੀਆਂ ਨੇ, ਇਹਦਾ ਹਾਜ਼ਮਾ ਬੜਾ ਤੇਜ਼ ਹੈ ਸਾਡੀ ਮਾਂ ਬੋਲੀ ਦਾ। ਬੱਚਾ ਨਵੇਂ ਸ਼ਬਦ ਸਿੱਖਦਾ ਹੈ, ਹਿੰਦੀ, ਪੰਜਾਬੀ, ਸੰਸਕ੍ਰਿਤ, ਉਰਦੂ, ਫਾਰਸੀ, ਬਹੁਤ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਹੈ। ਔਰ ਜਿਹੜੇ ਨਵੇਂ ਸ਼ਬਦ ਨੇ ਉਹ ਬੱਚੇ ਨੂੰ ਜ਼ਰੂਰ ਸਿੱਖਣੇ ਚਾਹੀਦੇ ਨੇ, ਦੂਜੀਆਂ ਜ਼ੁਬਾਨਾਂ ਸਿੱਖਣੀਆਂ ਚਾਹੀਦੀਆਂ ਨੇ। ਇਹਦੇ ਨਾਲ ਜਿੰਨੇ ਸ਼ਬਦ ਬੱਚਾ ਨਵੇਂ ਸਿੱਖੇਗਾ, ਉਹਦੀ ਜਿਹੜਾ ਹੈ ਚੇਤਨਾ ਦਾ ਵਿਕਾਸ ਹੋਏਗਾ, ਉਹਦੀ ਸ਼ਖਸੀਅਤ ਦਾ ਵੀ ਵਿਕਾਸ ਹੋਏਗਾ।
ਹੋਰ ਕੀ ਯੋਗਦਾਨ ਹੈ ਬਾਲ ਸਾਹਿਤ ਦਾ ਆਪਾਂ ਜ਼ਰੂਰ ਜਾਣਾਂਗੇ, ਪਰ ਇਸ ਤੋਂ ਪਹਿਲਾਂ ਹੁਣ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ ਜੀ। ਸਾਰੇ ਪੜ੍ਹਨੇ ਦਾ ਮੂਡ ਬਣਾ ਲਓ ਬਈ, ਗੱਲਾਂ ਚੰਗੀਆਂ ਨੂੰ ਮਨ 'ਚ ਵਸਾ ਲਓ ਬਈ। ਸਾਰੇ ਪੜ੍ਹਨੇ ਦਾ ਮੂਡ ਬਣਾ ਲਓ ਬਈ, ਗੱਲਾਂ ਚੰਗੀਆਂ ਨੂੰ ਮਨ 'ਚ ਵਸਾ ਲਓ ਬਈ। ਟਾਈਮ ਕਰੋ ਨਾ ਖਰਾਬ ਮੇਰੇ ਮਿੱਤਰੋ, ਟਾਈਮ ਕਰੋ ਨਾ ਖਰਾਬ ਮੇਰੇ ਮਿੱਤਰੋ, ਅੱਡਿਆਂ 'ਚ ਖੜ ਖੜ ਕੇ ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ, ਚੰਗੀਆਂ ਪੜ੍ਹਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ, ਚੰਗੀਆਂ ਪੜ੍ਹਾਈਆਂ ਕਰਕੇ। ਜਿਮ ਵਿੱਚ ਜਾ ਕੇ ਤੁਸੀਂ ਸਿਹਤ ਵੀ ਬਣਾ ਲਵੋ, ਨਸ਼ੇ ਹੁੰਦੇ ਮਾੜੇ ਕੋਈ ਚੰਗੀ ਚੀਜ਼ ਖਾ ਲਵੋ। ਜਿਮ ਵਿੱਚ ਜਾ ਕੇ ਤੁਸੀਂ ਸਿਹਤ ਵੀ ਬਣਾ ਲਵੋ, ਨਸ਼ੇ ਹੁੰਦੇ ਮਾੜੇ ਕੋਈ ਚੰਗੀ ਚੀਜ਼ ਖਾ ਲਵੋ। ਆਵੋ ਰੋਟੀਆਂ ਤੇ ਮੱਖਣ ਮਲਾਈਆਂ ਧਰ ਕੇ, ਆਵੋ ਰੋਟੀਆਂ ਤੇ ਮੱਖਣ ਮਲਾਈਆਂ ਧਰ ਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ, ਚੰਗੀਆਂ ਪੜ੍ਹਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ, ਚੰਗੀਆਂ ਪੜ੍ਹਾਈਆਂ ਕਰਕੇ। ਸੱਕਿਆਂ ਭਰਾਵਾਂ ਵਾਂਗੂ ਯਾਰਾਂ ਵਿੱਚ ਖੜੀਏ, ਨਿੱਕੀ ਨਿੱਕੀ ਗੱਲ ਉੱਤੇ ਕਦੇ ਵੀ ਨਾ ਲੜੀਏ। ਸੱਕਿਆਂ ਭਰਾਵਾਂ ਵਾਂਗੂ ਯਾਰਾਂ ਵਿੱਚ ਖੜੀਏ, ਨਿੱਕੀ ਨਿੱਕੀ ਗੱਲ ਉੱਤੇ ਕਦੇ ਵੀ ਨਾ ਲੜੀਏ। ਐਵੇਂ ਮਿਲਣਾ ਕਿ ਲੋਕਾਂ ਨਾਲ ਲੜਾਈਆਂ ਕਰਕੇ, ਐਵੇਂ ਮਿਲਣਾ ਕਿ ਲੋਕਾਂ ਨਾਲ ਲੜਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ, ਚੰਗੀਆਂ ਪੜ੍ਹਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ, ਚੰਗੀਆਂ ਪੜ੍ਹਾਈਆਂ ਕਰਕੇ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ, ਤੇ ਅੱਜ ਅਸੀਂ ਇਸ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਬਾਲ ਸਾਹਿਤ ਦੇ ਯੋਗਦਾਨ ਦੀ। ਸੋ ਛੋਟੇ ਛੋਟੇ ਬੱਚੇ ਜਿਹੜੇ ਨਾ ਕਵਿਤਾਵਾਂ ਬਹੁਤ ਸੁਣਾਉਂਦੇ ਨੇ ਤੇ ਉਹਨਾਂ ਨੂੰ ਬਹੁਤ ਪਸੰਦ ਵੀ ਹੁੰਦੀਆਂ ਨੇ। ਸੋ ਕਵਿਤਾਵਾਂ ਦਾ ਕੀ ਯੋਗਦਾਨ ਹੈ? ਕਵਿਤਾ ਦਾ ਸੁਰਬੀਰ ਜੀ ਬਾਲ ਸਾਹਿਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬੱਚੇ ਦੀ ਜਿਹੜੀ ਸਾਂਝ ਹੈ, ਪਹਿਲੀ ਸਾਂਝ ਹੈ, ਉਹ ਕਵਿਤਾ ਦੇ ਨਾਲ ਹੀ ਪੈਂਦੀ ਹੈ। ਲੋਰੀ ਦੇ ਰੂਪ ਦੇ ਵਿੱਚ ਹੀ ਬੱਚਾ ਜਿਹੜਾ ਉਹ ਕਵਿਤਾ ਦਾ ਰਸ ਮਾਣਨਾ ਸ਼ੁਰੂ ਕਰ ਦਿੰਦਾ ਹੈ। ਹੁਣ ਦੇਖੋ ਕਿ ਲੱਲਾ ਲੱਲਾ ਲੋਰੀ, ਦੁੱਧ ਦੀ ਕਟੋਰੀ, ਦੁੱਧ 'ਚ ਪਤਾਸ਼ਾ, ਮੁੰਨਾ ਕਰੇ ਤਮਾਸ਼ਾ। ਹੁਣ ਇਹ ਜਿਹੜੀ ਲੋਰੀ ਹੈ ਇਹ ਬੱਚੇ ਨੂੰ ਇਸ ਕਰਕੇ ਚੰਗੀ ਲੱਗਦੀ ਹੈ ਕਿ ਉਹਦੇ ਵਿੱਚ ਮੁੰਨਾ ਜਿਹੜਾ ਹੈ ਦੁੱਧ ਵੀ ਪੀ ਰਿਹਾ ਹੈ, ਲੋਰੀ ਵੀ ਸੁਣ ਰਿਹਾ ਹੈ, ਤੇ ਉਸ ਦੁੱਧ ਦੇ ਵਿੱਚ ਪਤਾਸਾ ਵੀ ਘੁਲਿਆ ਹੋਇਆ ਹੈ। ਜਦੋਂ ਦੁੱਧ ਦੇ ਵਿੱਚ ਪਤਾਸਾ ਘੁਲਿਆ ਹੋਇਆ ਹੋਏਗਾ ਤਾਂ ਉਹ ਜਿਹੜੀ ਕਵਿਤਾ ਹੈ ਉਹ ਕਿਉਂ ਨਾ ਮਿੱਠੀ ਹੋਏਗੀ ਇਸ ਤਰ੍ਹਾਂ ਦੀ। ਉਸ ਦਾ ਉਹਦਾ ਮਿਠਾਸ ਦਾ ਜਿਹੜਾ ਆਨੰਦ ਹੈ ਉਹ ਮਾਣਦਾ ਹੈ। ਦੂਜੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਕਵਿਤਾ ਜਿਹੜੀ ਹੈ ਉਹ ਸਾਡੀ ਨਰਸਰੀ ਕਵਿਤਾਵਾਂ ਨੇ। ਹੁਣ ਅਸੀਂ ਸਾਡੇ ਕੋਲੇ ਸਾਡੇ ਬੱਚੇ ਆਮ ਗਾਉਂਦੇ ਨੇ ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਊ ਆਈ ਵੰਡਰ ਵਾਟ ਯੂ ਆਰ, ਜਾਂ ਬਾਬਾ ਬਲੈਕ ਸ਼ੀਪ, ਹੈਵ ਯੂ ਐਨੀ ਵੂਲ। ਹੁਣ ਇਹ ਜਿਹੜੀ ਸਾਡੇ ਅੰਗਰੇਜ਼ੀ ਦੇ ਵਿੱਚ ਨਰਸਰੀ ਰਾਈਮਸ ਨੇ, ਇਹਦੇ ਸਮਾਨਾਂਤਰ ਸਾਡੇ ਵਿੱਚ ਪੰਜਾਬੀ ਦੇ ਵਿੱਚ ਵੀ ਨੇ। ਹੁਣ ਜਿਵੇਂ ਅਸੀਂ ਕਹਿੰਦੇ ਹਾਂ ਕਿ ਰੇਨ ਰੇਨ ਗੋ ਅਵੇ, ਲਿਟਲ ਜੌਨੀ ਵਾਂਟਸ ਟੂ ਪਲੇ। ਅਸੀਂ ਆਖਦੇ ਹਾਂ ਕਿ ਰੱਬਾ ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ। ਸਾਡੇ ਇੱਥੇ ਭੂਗੋਲਿਕ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਸਾਨੂੰ ਬਰਸਾਤ ਦੀ ਲੋੜ ਹੈ। ਬਾਹਰਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਉੱਥੇ ਬਰਸਾਤ ਅਕਸਰ ਆਉਂਦੀ ਰਹਿੰਦੀ ਹੈ, ਤੇ ਜਿਹੜਾ ਜੌਨੀ ਹੈ, ਛੋਟਾ ਬੱਚਾ ਹੈ, ਉਹ ਖੇਡਣਾ ਚਾਹੁੰਦਾ ਹੈ। ਸੋ ਜਿਹੜੀ ਬਾਲ ਕਵਿਤਾ ਹੈ, ਨਰਸਰੀ ਕਵਿਤਾ ਹੈ, ਉਹ ਬੱਚੇ ਨੂੰ ਆਨੰਦ ਵੀ ਦਿੰਦੀ ਹੈ, ਉਹਦੀ ਜਿਹੜੀ ਦਿਲਚਸਪੀ ਹੈ ਉਹ ਵੀ ਵਧਾਉਂਦੀ ਹੈ। ਔਰ ਅਸੀਂ ਇਹਨਾਂ ਨਰਸਰੀ ਗੀਤ ਨੇ ਜਿਹੜੇ, ਭਾਵੇਂ ਉਹ ਕਿੱਕਲੀ ਦੇ ਗੀਤ ਨੇ, ਭਾਵੇਂ ਉਹ ਥਾਲ ਹੈ, ਔਰ ਭਾਵੇਂ ਬੱਚਿਆਂ ਦੀਆਂ ਖੇਡਾਂ ਦੇ ਨਾਲ ਜੁੜੇ ਹੋਏ ਗੀਤ ਨੇ। ਔਰ ਜਿਹੜੇ ਖੇਡਾਂ ਦੇ ਨਾਲ ਜੁੜੇ ਹੋਏ ਗੀਤ ਨੇ, ਇਹ ਬੱਚਿਆਂ ਨੇ ਖੇਡਦੇ ਖੇਡਦੇ ਆਪ ਘੜੇ ਨੇ, ਕਿਉਂਕਿ ਜਦੋਂ ਖੇਡ ਦੇ ਵਿੱਚ ਕਵਿਤਾ ਦਾ ਰਸ ਹੈ ਜਿਹੜਾ ਉਹ ਘੁਲ ਜਾਂਦਾ ਹੈ ਤਾਂ ਉਹਦਾ ਆਨੰਦ ਹੈ ਜਿਹੜਾ ਉਹ ਬੱਚੇ ਦੂਰਾ ਆਨੰਦ ਹੈ ਉਸਦਾ ਉਹ ਮਾਣਦੇ ਨੇ। ਸੋ ਕਵਿਤਾ ਬੱਚੇ ਨੂੰ ਸਕੂਨ ਦਿੰਦੀ ਹੈ, ਆਨੰਦ ਦਿੰਦੀ ਹੈ, ਔਰ ਉਹ ਖੇਡਦਾ ਖੇਡਦਾ ਜਿਹੜਾ ਹੈ ਉਹ ਵੱਡਾ ਹੁੰਦਾ ਹੈ, ਔਰ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਆਲੇ ਦੁਆਲੇ ਦੇ ਵਿੱਚ ਜਾਣਕਾਰੀ ਹਾਸਲ ਕਰਦਾ ਗੀਤਾਂ ਦੇ ਰਾਹੀਂ, ਖੇਡਾਂ ਦੇ ਰਾਹੀਂ। ਤੇ ਉਹ ਕਵਿਤਾ ਜਿਹੜੀ ਜਦੋਂ ਉਸ ਨੂੰ ਆਨੰਦ ਦਿੰਦੀ ਹੈ ਤਾਂ ਉਸ ਨੂੰ ਇੱਕ ਵੱਖਰੇ ਮਾਹੌਲ ਦੇ ਵਿੱਚ, ਇੱਕ ਵੱਖਰੇ ਵਾਤਾਵਰਣ ਦੇ ਵਿੱਚ ਲੈ ਜਾਂਦੀ ਹੈ। ਔਰ ਇਹ ਬਾਲ ਸਾਹਿਤ ਦਾ
ਬਾਲ ਕਵਿਤਾ ਦਾ ਇੱਕ ਬੜਾ ਮਹੱਤਵਪੂਰਨ ਰੋਲ ਹੈ। ਔਰ ਜਿਵੇਂ ਅਸੀਂ ਅਗਵਾਈ ਦੀ ਗੱਲ ਕਰਦੇ ਹਾਂ ਨਾ ਕਿ ਬਾਲ ਕਵਿਤਾ ਬੱਚੇ ਦੀ ਕਿਵੇਂ ਅਗਵਾਈ ਕਰ ਸਕਦੀ ਹੈ, ਜਿਵੇਂ ਸੜਕ ਦੇ ਕਿਨਾਰੇ ਤੇ ਇੱਕ ਮੀਲ ਪੱਥਰ ਲੱਗਿਆ ਹੋਇਆ ਹੈ, ਮੀਲ ਪੱਥਰ ਦੇ ਉੱਪਰ ਤੇ ਮੀਲ ਪੱਥਰ ਨੇ ਤਾਂ ਇਹ ਦੱਸਣਾ ਹੁੰਦਾ ਹੈ ਕਿ ਇਸ ਸਥਾਨ ਤੋਂ ਫਲਾਣਾ ਸ਼ਹਿਰ ਕਿੰਨੇ ਕਿਲੋਮੀਟਰ ਦੂਰ ਹੈ, ਫਲਾਣਾ ਪਿੰਡ ਕਿੰਨੇ ਕਿਲੋਮੀਟਰ ਦੂਰ ਹੈ। ਮੀਲ ਪੱਥਰ ਨੇ ਆਪ ਨਹੀਂ ਚੱਲ ਕੇ ਜਾਣਾ ਹੁੰਦਾ ਨਾਲ। ਇਸ ਤਰ੍ਹਾਂ ਜਿਹੜੀ ਕਵਿਤਾ ਹੈ, ਜਿਹੜਾ ਬਾਲ ਸਾਹਿਤ ਹੈ, ਉਸ ਨੇ ਬੱਚੇ ਦੀ ਅਗਵਾਈ ਕਰਨੀ ਹੁੰਦੀ ਹੈ ਕਿ ਭਾਈ ਤੇਰੇ ਲਈ ਰਸਤਾ ਇਹ ਚੰਗਾ ਹੈ, ਇਸ ਰਸਤੇ 'ਤੇ ਚੱਲੇਗਾ, ਇਹਦੇ ਵਿੱਚ ਤੇਰਾ ਫਾਇਦਾ ਹੈ। ਸੋ ਮੀਲ ਪੱਥਰ ਵਾਲਾ ਜਿਹੜਾ ਕੰਮ ਹੈ ਉਹ ਸਾਡੀ ਕਵਿਤਾ ਕਰਦੀ ਹੈ। ਔਰ ਜਦੋਂ ਬੱਚਾ ਕਵਿਤਾ ਗਾਉਂਦਾ ਹੈ, ਗੁਣਗੁਣਾਉਂਦਾ ਹੈ, ਉਹਦਾ ਆਨੰਦ ਹੀ ਵੱਖਰਾ ਹੁੰਦਾ ਜੀ। ਮਾਂ ਬੋਲੀ ਤੇ ਕੋਈ ਕਵਿਤਾ ਸਰ ਸੁਣਾ ਦਿਓ। ਮਾਂ ਬੋਲੀ ਬਾਰੇ, ਕਿਉਂਕਿ ਮਾਂ ਬੋਲੀ ਦਾ ਬਾਲ ਸਾਹਿਤ ਦੇ ਨਾਲ ਬੜਾ ਡੂੰਘਾ ਸੰਬੰਧ ਹੈ, ਸੋ ਮੈਂ ਇੱਕ ਛੋਟੇ ਜਿਹਾ ਜਿਹੜਾ ਬੰਦ ਹੈ ਛੋਟਾ ਜਿਹਾ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮਾਂ ਬੋਲੀ ਨੂੰ ਪਿਆਰ ਹਾਂ ਕਰਦਾ, ਮੈਂ ਹਾਂ ਬਾਲ ਪੰਜਾਬੀ। ਮਾਂ ਬੋਲੀ ਨੂੰ ਪਿਆਰ ਹਾਂ ਕਰਦਾ, ਮੈਂ ਇੱਕ ਬਾਲ ਪੰਜਾਬੀ। ਕੁੱਲ ਦੁਨੀਆ ਵਿੱਚ ਬੋਲੀ ਜਾਵੇ, ਇਹਦੀ ਟੌਰ ਨਵਾਬੀ ਦੋਸਤੋ, ਇਹਦੀ ਟੌਰ ਨਵਾਬੀ ਹਾਣੀਓ, ਇਹਦੀ ਟੌਰ ਨਵਾਬੀ। ਅੰਮੀ ਕੋਲੋਂ ਊੜਾ ਸਿੱਖਿਆ, ਫਿਰ ਫੱਟੀ ਤੇ ਐੜਾ ਲਿਖਿਆ। ਈੜੀ ਏਕਾ ਸੱਸਾ ਸੱਚ ਤੇ ਹਾ ਹਾ ਹਾਜ਼ਰ ਜਵਾਬੀ, ਮੈਂ ਪੰਜਾਬੀ। ਮਾਂ ਬੋਲੀ ਨੂੰ ਪਿਆਰ ਹਾਂ ਕਰਦਾ, ਮੈਂ ਇੱਕ ਬਾਲ ਪੰਜਾਬੀ। ਕੁੱਲ ਦੁਨੀਆ ਵਿੱਚ ਬੋਲੀ ਜਾਵੇ, ਇਹਦੀ ਟੌਰ ਨਵਾਬੀ ਦੋਸਤੋ, ਇਹਦੀ ਟੌਰ ਨਵਾਬੀ ਹਾਣੀਓ, ਇਹਦੀ ਟੌਰ ਨਵਾਬੀ। ਕਿਆ ਖੂਬਸੂਰਤ। ਤੁਹਾਡੀ ਕਵਿਤਾ ਦੇ ਵਿੱਚ ਹੀ ਬਹੁਤ ਸਾਰੇ ਲਫ਼ਜ਼ ਮੈਂ ਸੁਣੇ ਜਿਹੜੇ ਜੁੜੇ ਹੋਏ ਸੀਗੇ ਕਿਸੇ ਨਾ ਕਿਸੇ ਚੀਜ਼ ਨਾਲ। ਸੋ ਸਾਡੇ ਮਾਹਰ ਮਹਿਮਾਨ ਜਿਹੜੇ ਡਾਕਟਰ ਦਰਸ਼ਨ ਸਿੰਘ ਆਸ਼ਟ ਜੀ ਨੇ ਬਹੁਤ ਵਧੀਆ ਕਵਿਤਾ ਸੁਣਾਈ। ਇਸ ਦੇ ਨਾਲ ਹੀ ਦਰਸ਼ਨ ਜੀ ਮੈਂ ਪੁੱਛਣਾ ਚਾਹੂੰਗੀ ਕਿ ਕਹਾਣੀਆਂ ਬੜੀ ਦਿਲਚਸਪੀ ਨਾਲ ਬੱਚੇ ਸੁਣਦੇ ਆ ਨਾ, ਸੋ ਕਹਾਣੀਆਂ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪ੍ਰਭਾਵਿਤ ਕਰਦੀਆਂ, ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ? ਸੁਰਭੀ ਜੀ, ਜਿਹੜੀਆਂ ਕਹਾਣੀਆਂ ਨੇ ਨਾ, ਜਦੋਂ ਬੱਚਾ ਕਵਿਤਾ ਦਾ ਆਨੰਦ ਮਾਣਨ ਤੋਂ ਬਾਅਦ ਉਹ ਫਿਰ ਕਹਾਣੀਆਂ ਸੁਣਨ ਲੱਗਦਾ ਹੈ ਜੀ। ਔਰ ਜਦੋਂ ਕਹਾਣੀਆਂ ਸੁਣਦਾ ਤਾਂ ਕਹਾਣੀਆਂ ਦੇ ਵਿੱਚ ਜਿਹੜਾ ਸਾਡਾ ਦੁਨੀਆ ਭਰ ਦਾ ਗਿਆਨ ਹੈ ਮਨੁੱਖੀ ਸਮਾਜ ਦਾ, ਉਸ ਨੂੰ ਹਾਸਲ ਕਰਦਾ ਹੈ। ਔਰ ਉਹ ਕਹਾਣੀਆਂ ਹੀ ਨੇ ਜਿਹੜੀਆਂ ਉਸ ਨੂੰ ਚੰਗੇ ਪਾਸੇ ਵੱਲ ਲੈ ਕੇ ਜਾਂਦੀਆਂ ਨੇ। ਕਹਾਣੀਆਂ ਨੇ ਜਿਹੜੀਆਂ ਉਸ ਨੂੰ ਲੁਕੇ ਹੋਏ ਢੰਗ ਨਾਲ ਸਿੱਖਿਆ ਪ੍ਰਦਾਨ ਕਰਦੀਆਂ ਨੇ। ਮਿਸਾਲ ਦੇ ਤੌਰ ਤੇ ਕਿਸੇ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਾਡੀਆਂ ਪੰਚਤੰਤਰ ਦੀਆਂ ਕਹਾਣੀਆਂ ਸੀ, ਈਸਪ ਦੀਆਂ ਕਹਾਣੀਆਂ ਸੀ, ਹਿਤੋਪਦੇਸ਼ ਦੀਆਂ ਕਹਾਣੀਆਂ ਸੀ, ਇਹ ਬੱਚੇ ਅੱਜ ਵੀ ਸੁਣਦੇ ਨੇ। ਔਰ ਇਹਨਾਂ ਕਹਾਣੀਆਂ ਦੇ ਵਿੱਚ ਜਿਹੜੇ ਜਾਨਵਰ ਨੇ, ਜੀਵ ਜੰਤੂ ਨੇ, ਪੰਛੀ ਨੇ, ਜਿਹੜੇ ਨਾ ਉਹ ਮਨੁੱਖਾਂ ਵਾਂਗ ਬੋਲਦੇ ਨੇ। ਔਰ ਜਦੋਂ ਮਨੁੱਖਾਂ ਵਾਂਗ ਜੀਵ ਜੰਤੂ ਬੋਲਦੇ ਨੇ ਤਾਂ ਬੱਚੇ ਦੇ ਵਿੱਚ ਜਿਗਿਆਸਾ ਪੈਦਾ ਹੁੰਦੀ ਹੈ, ਉਤਸੁਕਤਾ ਪੈਦਾ ਹੁੰਦੀ ਹੈ ਕਿ ਇਹ ਕਿੱਦਾਂ ਬੋਲ ਲੈਂਦੇ ਨੇ ਸਾਡੇ ਵਾਂਗ। ਹੁਣ ਇੱਕ ਦੇਖੋ ਸੀ ਜਿਹੜੀ ਕਹਾਣੀ ਹੈ ਕਾਂ ਦੀ, ਪਿਆਸੇ ਕਾਂ ਦੀ। ਪਿਆਸੇ ਕਾਂ ਦੀ ਕਹਾਣੀ ਦੇ ਵਿੱਚ ਕੀ ਸੀ ਕਿ ਜਦੋਂ ਕਾਂ ਨੂੰ ਪਿਆਸ ਲੱਗਦੀ ਸੀ, ਘੜੇ ਵਿੱਚ ਪਾਣੀ ਦੇਖਦਾ ਉਹ, ਤਾਂ ਕੰਕਰ ਸੀ ਜਿਹੜੇ ਉਹ ਘੜੇ ਦੇ ਵਿੱਚ ਆਉਂਦਾ ਸੀ ਚੁੰਝ ਨਾਲ, ਤੇ ਪਾਣੀ ਦਾ ਜਿਹੜਾ ਪੱਧਰ ਉੱਪਰ ਆਉਂਦਾ ਸੀ, ਪਿਆਸ ਬੁਝਾ ਕੇ ਉੱਡ ਜਾਂਦਾ ਸੀ। ਲੇਕਿਨ ਹੁਣ ਬੱਚੇ ਦੇ ਮਨ ਦੇ ਵਿੱਚ, ਜਿਹੜਾ ਅੱਜ ਦਾ ਬੱਚਾ ਬੜਾ ਚੇਤਨ ਹੈ, ਕਹਾਣੀ ਦੇ ਵਿੱਚ ਹੀ ਉਹਨੂੰ ਪਤਾ ਲੱਗਿਆ ਕਿ ਭਾਈ ਜੇ ਅੱਜ ਕਾਂ ਹੈ ਜਿਹੜਾ ਉਹ ਕਿਸੇ ਘੜੇ ਦੇ ਵਿੱਚ ਪਾਣੀ ਦੇਖਦਾ ਹੈ ਤਾਂ ਜਦੋਂ ਕੰਕਰ ਪਾਏਗਾ, ਕਿਉਂਕਿ ਘੜੇ 'ਚ ਤਾਂ ਥੋੜਾ ਜਿਹਾ ਪਾਣੀ ਹੈ, ਤਾਂ ਜਿਹੜਾ ਥੋੜਾ ਜਿਹਾ ਪਾਣੀ ਹੈ ਉਸ ਨੂੰ ਤਾਂ ਕੰਕਰ ਹੀ ਸੋਖ ਲੈਣਗੇ, ਉਹਦੇ ਲਈ ਕੀ ਬਚੇਗਾ ਪਾਣੀ। ਸੋ ਬੱਚਾ ਇਸ ਦੂਰ ਤੱਕ ਜਿਹੜੀ ਹੈਗੀ ਉਹਦੀ ਸੋਚਦਾ। ਹੁਣ ਜਿਵੇਂ ਆਪਣੀਆਂ ਅਸੀਂ ਕਹੀਏ ਕਿ ਜਿਹੜੀ ਅੱਜ ਲੂੰਬੜੀ ਹੈ ਉਹ ਅੰਗੂਰ ਖੱਟੇ ਨਹੀਂ ਕਹਿ ਕੇ ਜਾਂਦੀ, ਉਹਦੇ ਕੋਲ ਰਿਮੋਟ ਹੈ, ਉਹ ਰਿਮੋਟ ਦੇ ਨਾਲ ਅੰਗੂਰ ਹੈ ਜਿਹੜੇ ਉਹ ਤੋੜਦੀ ਹੈ ਜੀ। ਔਰ ਇਸ ਤਰ੍ਹਾਂ ਜਿਹੜਾ ਹੈਗਾ ਸਾਡੀਆਂ ਨਵੀਆਂ ਕਹਾਣੀਆਂ ਦੇ ਵਿੱਚ ਨਵੇਂ ਅਰਥ ਨੇ ਜਿਹੜੇ ਉਹ ਸਮੇਂ ਦੇ ਮੁਤਾਬਕ ਬਦਲਦੇ ਰਹਿੰਦੇ ਨੇ, ਪੇਸ਼ ਹੁੰਦੇ ਰਹਿੰਦੇ ਨੇ। ਜਿਹਦੇ ਵਿੱਚ ਕਾਂ ਤਾਂ ਉਸਨੇ ਸਟੋਰ ਨਾਲ ਵੀ ਪਾਣੀ ਪੀ ਲੈਂਦਾ ਹੈ, ਉਹ ਪਾਈਪ ਦੇ ਨਾਲ ਵੀ ਪਾਣੀ ਪੀ ਲੈਂਦਾ ਹੈ। ਉਹ ਸਟੋਰ ਤੇ ਉੱਥੇ ਜਾਂਦਾ, ਪਾਈਪ ਚੁੱਕਦਾ ਤੇ ਫਿਰ ਕਿਸੇ ਸੁਰਾਹੀ ਦੇ ਵਿੱਚ ਜਾਂ ਘੜੇ 'ਚ ਜਿੱਥੇ ਕਿਤੇ ਪਾਣੀ ਪਿਆ ਉਹ ਪਾਈਪ ਦੇ ਨਾਲ ਆਪਣਾ ਪਾਣੀ ਪੀ ਕੇ ਪਿਆਸ ਬੁਝਾ ਕੇ ਉੱਡ ਜਾਂਦਾ ਹੈ। ਸੋ ਕਹਾਣੀਆਂ ਦਾ ਪਰਿਵਰਤਨ ਹੈ, ਕਹਾਣੀਆਂ ਦੀ ਜਿਹੜੀ ਤਬਦੀਲੀ ਹੈ ਉਹ ਸਮੇਂ ਦੇ ਮੁਤਾਬਕ ਆਉਣੀ ਹੁੰਦੀ ਹੈ। ਤਾਂ ਬੱਚੇ ਨੇ ਇਹਨਾਂ ਦਾ ਜਿਹੜਾ ਗਿਆਨ ਹੈ ਕਹਾਣੀਆਂ ਰਾਹੀਂ ਉਹ ਆਪਣਾ ਹਾਸਲ ਕਰਨਾ ਹੁੰਦਾ ਹੈ ਤੇ ਆਪਣੀ ਜਿਹੜੀ ਬੁੱਧੀ ਹੈ ਉਸ ਦਾ ਵਿਕਾਸ ਕਰਨਾ ਹੁੰਦਾ ਹੈ ਜੀ। ਤੇ ਨਾ ਦਿਮਾਗ ਤੇਜ਼ ਕਰਨ ਵਾਸਤੇ ਨਾ
ਬੁਝਾਰਤਾਂ ਨੂੰ ਬੜਾ ਇਸਤੇਮਾਲ ਕੀਤਾ ਜਾਂਦਾ ਜੀ, ਹੈ, ਮੈਨੂੰ ਜੀ, ਲੱਗਦਾ। ਜੀ, ਤੇ ਜੀ। ਬੱਚਿਆਂ ਦੀ ਬੁਝਾਰਤਾਂ ਦੀ ਗੱਲ ਕਰਾਂ ਤੇ ਉਹ ਕਿਸ ਤਰੀਕੇ ਦੀਆਂ ਹੁੰਦੀਆਂ ਨੇ ਤੇ ਕਿੱਦਾਂ ਉਹ ਪ੍ਰਭਾਵਿਤ ਕਰਦੀਆਂ ਬੱਚਿਆਂ ਨੂੰ? ਜਿਹੜੀਆਂ ਬੁਝਾਰਤਾਂ ਨੇ ਇਹ ਮਨੁੱਖੀ ਗਿਆਨ ਦਾ, ਮਨੁੱਖੀ ਸਿਆਣਪਾਂ ਦਾ ਸੋਮਾ ਨੇ ਜੀ ਅਸੀਂ ਆਪਣੇ ਬੱਚੇ ਦੀ ਬੁੱਧੀ ਦੀ ਪਰਖ ਵਾਸਤੇ ਅਸੀਂ ਉਹਨੂੰ ਬੁਝਾਰਤਾਂ ਛੋਟੇ-ਛੋਟੀਆਂ ਪਾਉਂਦੇ ਹਾਂ ਜੀ ਕਿ ਭਾਈ ਤੂੰ ਇਹਦਾ ਉੱਤਰ ਦੱਸ, ਠੀਕ ਹੈ ਨਾ। ਤੇ ਫਿਰ ਬੱਚਾ ਕੋਸ਼ਿਸ਼ ਕਰਦਾ ਉਸ ਬੁਝਾਰਤ ਦਾ ਉੱਤਰ ਲੱਭਣ ਦੀ। ਅਸੀਂ ਕਹਿ ਸਕਦੇ ਕਿ ਬੁਝਾਰਤ ਇੱਕ ਬਦਾਮ ਦੀ ਤਰ੍ਹਾਂ ਹੈ ਜੀ ਜਿਵੇਂ ਬਦਾਮ ਦੀ ਗਿਰੀ ਕੱਢਣ ਵਾਸਤੇ ਸਾਨੂੰ ਜ਼ੋਰ ਲਾਣਾ ਪੈਂਦਾ ਹੈ, ਜੀ ਹਥੌੜੀ ਨਾਲ, ਵੇਲਣੇ ਨਾਲ, ਵੱਟੇ ਨਾਲ ਤੋੜਨਾ ਪੈਂਦਾ ਸਾਨੂੰ ਬਦਾਮ, ਤਾਂ ਅਸੀਂ ਗਿਰੀ ਤੱਕ ਪਹੁੰਚਦੇ ਹਾਂ, ਯਾਨੀ ਕਿ ਜ਼ੋਰ ਲਾਣਾ ਪਿਆ ਸਾਨੂੰ। ਇਸੇ ਤਰ੍ਹਾਂ ਜਿਹੜੀਆਂ ਬੁਝਾਰਤਾਂ ਨੇ ਉਹ ਕਿਸੇ ਸਮੱਸਿਆ ਦਾ ਹੱਲ ਅਸੀਂ ਕਿਵੇਂ ਕਰਨਾ ਹੈ ਜੀ ਉਹ ਸਾਨੂੰ ਸਿਖਾਉਂਦੀਆਂ ਨੇ, ਸਾਡੀ ਬੁੱਧੀ ਨੂੰ ਚੇਤਨਾ ਕਰਦੀਆਂ ਨੇ। ਮਿਸਾਲ ਦੇ ਤੌਰ ਤੇ ਕਿ ਮੈਂ ਤੁਹਾਨੂੰ ਹੀ ਇੱਕ ਬੁਝਾਰਤ ਪਾਉਂਦਾ ਹਾਂ ਹਾਂਜੀ ਔਰ ਉਸ ਬੁਝਾਰਤ ਦਾ ਉੱਤਰ ਤੁਸੀਂ ਲੱਭਣਾ ਹੈ। ਠੀਕ ਇਹ ਛੋਟੇ ਬੱਚਿਆਂ ਵਾਸਤੇ ਬੁਝਾਰਤ ਮੈਂ ਜਿਹੜੀ ਹੈ ਮਤਲਬ ਪਾਉਂਦਾ ਹਾਂ ਤਾਂ ਜੋ ਬੱਚੇ ਉਸ ਨੂੰ ਸੋਚਣ ਕਿ ਇਹਦਾ ਉੱਤਰ ਕੀ ਹੋ ਸਕਦਾ। ਜੀ ਮੈਂ ਹੁਣ ਬੁਝਾਰਤ ਹੈ ਜਿਹੜੀ ਇਹ 5 ਸਾਲ ਤੱਕ ਦੇ ਬੱਚਿਆਂ ਵਾਸਤੇ ਹੈ। ਜੀ ਮੈਂ ਗੋਲ ਗੋਲ ਹਾਂ, ਜੀ ਮੈਂ ਪੀਲੇ ਰੰਗ ਦਾ ਹਾਂ, ਜੀ ਮੈਂ ਇੱਕ ਮਿਠਾਈ ਹਾਂ, ਜੀ ਮੇਰਾ ਨਾਮ ਲੱਲਾ ਤੋਂ ਸ਼ੁਰੂ ਹੁੰਦਾ ਹੈ, ਜੀ ਦੱਸੋ ਇਹਦਾ ਉੱਤਰ ਕੀ ਹੋ ਸਕਦਾ ਹੈ? ਲੱਡੂ। ਲੱਡੂ, ਬਿਲਕੁਲ ਤੁਸੀਂ ਬਿਲਕੁਲ ਸਹੀ ਦੱਸਿਆ, ਇਹ ਲੱਡੂ ਹੈ। ਲੱਡੂ। ਹੁਣ ਜਦੋਂ ਬੱਚਾ ਇਹ ਦੇਖਦਾ ਹੈ ਕਿ ਮੈਂ ਗੋਲ ਗੋਲ ਹਾਂ, ਜੀ। ਮੈਂ ਪੀਲੇ ਰੰਗ ਦਾ ਹਾਂ, ਮੈਂ ਇੱਕ ਮਿਠਾਈ ਹਾਂ ਤੇ ਮੇਰਾ ਨਾਮ ਲੱਲਾ ਅੱਖਰ ਤੋਂ ਸ਼ੁਰੂ ਹੁੰਦਾ ਹੈ, ਕਿ ਕੁਦਰਤੀ ਹੈ ਜਿਹੜਾ ਤੁਸੀਂ ਇੱਕ ਝੱਟ ਦੱਸ ਦਿੱਤਾ ਕਿ ਇਹ ਲੱਡੂ ਹੀ ਹੈ। ਇਸੇ ਤਰ੍ਹਾਂ ਸੁਰਭੀ ਜੀ ਜਿਹੜੀਆਂ ਸਾਡੀਆਂ ਬੁਝਾਰਤਾਂ ਨੇ ਉਹ ਸਾਡੇ ਬੱਚੇ ਦਾ ਮਾਨਸਿਕ ਵਿਕਾਸ ਕਰਦੀਆਂ ਨੇ, ਉਹਦਾ ਮਨੋਰੰਜਨ ਕਰਦੀਆਂ ਨੇ ਤੇ ਵਿਹਲੇ ਸਮੇਂ ਦੀ ਜਿਹੜੀ ਸੁਚੱਜੀ ਵਰਤੋਂ ਕਿਵੇਂ ਕਰਨੀ ਹੈ ਇਹ ਸਾਡੀਆਂ ਬੁਝਾਰਤਾਂ ਨੇ ਜਿਹੜੀਆਂ ਉਹ ਸਾਨੂੰ ਸਿਖਾਉਂਦੀਆਂ ਨੇ ਜੀ। ਤੇ ਪਹਿਲਾਂ ਤਾਂ ਬੱਚਾ ਆਪਣੇ ਘਰ ਦੇ ਵਿੱਚ ਹੁੰਦਾ ਮਾਂ-ਬਾਪ ਦੇ ਕੋਲ, ਉਸ ਤੋਂ ਬਾਅਦ ਉਹ ਸਕੂਲ ਜਾਂਦਾ, ਉੱਥੇ ਅਧਿਆਪਕ ਕੋਲ ਚਲ ਜਾਂਦਾ ਤੇ ਉਦੋਂ ਮਾਂ-ਬਾਪ ਤੇ ਅਧਿਆਪਕ ਦਾ ਕੀ ਯੋਗਦਾਨ ਹੈ ਬਾਲ ਸਾਹਿਤ ਦੇ ਵਿੱਚ ਬੱਚਿਆਂ ਦਾ? ਮਾਂ-ਬਾਪ ਤੇ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਜੀ। ਜਦੋਂ ਬੱਚਾ ਹਜੇ ਸਕੂਲ ਨਹੀਂ ਗਿਆ ਹੁੰਦਾ ਜੀ ਉਦੋਂ ਤੱਕ ਜਿਹੜੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਉਹ ਪਹਿਲਾਂ ਜਿਵੇਂ ਪਹਿਲਾਂ ਦੱਸਿਆ ਕਿ ਬਾਤਾਂ ਸੁਣਾਉਂਦੇ ਨੇ, ਲੋਕ ਕਹਾਣੀਆਂ ਸੁਣਾਉਂਦੇ ਨੇ, ਸਾਖੀਆਂ ਸੁਣਾਉਂਦੇ ਨੇ ਜੀ, ਠੀਕ ਹੈ ਨਾ। ਔਰ ਮਾਤਾਵਾਂ, ਦਾਦੀਆਂ, ਨਾਨੀਆਂ ਸਾਖੀਆਂ ਸੁਣਾ ਕੇ ਆਪਣੇ ਬੱਚੇ ਦਾ ਮਾਨਸਿਕ ਵਿਕਾਸ ਕਰਦੇ ਨੇ। ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਅਧਿਆਪਕ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਇਸ ਬੱਚੇ ਦਾ ਵਿਕਾਸ ਕਿਵੇਂ ਕਰਨਾ ਹੈ। ਹੁਣ ਸਕੂਲ ਦੇ ਵਿੱਚ ਬੱਚਾ ਜਦੋਂ ਜਾਂਦਾ ਹੈ ਤਾਂ ਸਕੂਲ ਦੇ ਵਿੱਚ ਦੋ ਤਰ੍ਹਾਂ ਦੀਆਂ ਉੱਥੇ ਚੀਜ਼ਾਂ ਆਉਂਦੀਆਂ ਨੇ। ਇੱਕ ਤੇ ਜਿਹੜਾ ਅਧਿਆਪਕ ਹੈ ਉਹਦੇ ਕੋਲੇ ਲਾਇਬ੍ਰੇਰੀ ਹੈ ਜੀ। ਹੁਣ ਬੱਚੇ ਲਈ ਅਗਵਾਈ ਦੀ ਗੱਲ ਕਰਦੇ ਆਪਾਂ ਕਿ ਬੱਚੇ ਦੀ ਅਗਵਾਈ ਕਿਵੇਂ ਹੋਵੇ ਜੀ। ਹੁਣ ਬੱਚੇ ਨੂੰ ਜਿਹੜੀ ਅਗਵਾਈ ਹੈ ਉਹਦੀ ਦਿਲਚਸਪੀ ਦੇਖਣ ਦੀ ਲੋੜ ਹੁੰਦੀ ਹੈ ਕਿ ਉਹਦੀ ਦਿਲਚਸਪੀ ਕਿਸ ਤਰ੍ਹਾਂ ਦੀਆਂ ਪੁਸਤਕਾਂ ਪੜ੍ਹਨ ਦੇ ਵਿੱਚ ਹੈ ਔਰ ਅਧਿਆਪਕ ਉਹਦੀ ਜਿਹੜੀ ਹੈ ਅਗਵਾਈ ਕਰ ਸਕਦਾ ਹੈ ਕਿ ਬੱਚੇ ਤੇਰੇ ਲਈ ਆਹ ਪੁਸਤਕਾਂ ਪੜ੍ਹ, ਇਹ ਤੇਰੇ ਲਈ ਵਧੀਆ ਹੋਣਗੀਆਂ ਔਰ ਉਸ ਖੇਤਰ ਦੀਆਂ ਪੁਸਤਕਾਂ ਪੜ੍ਹ ਕੇ ਬੱਚੇ ਦੀ ਦਿਲਚਸਪੀ ਉਧਰ ਜਾਏਗੀ ਔਰ ਜਿਉਂ-ਜਿਉਂ ਵੱਡਾ ਹੁੰਦਾ ਜਾਏਗਾ ਉਹ ਉਸ ਖੇਤਰ ਦੀਆਂ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਜਾਏਗਾ। ਔਰ ਦੂਸਰੀ ਗੱਲ ਇਹ ਹੈ ਕਿਉਂਕਿ ਅਧਿਆਪਕ ਦਾ ਰੋਲ ਹੈ, ਸਕੂਲ ਦਾ ਰੋਲ ਹੈ, ਤਾਂ ਇੱਥੇ ਬਾਲ ਸਭਾਵਾਂ ਦੀ ਵੀ ਗੱਲ ਆ ਜਾਂਦੀ ਹੈ। ਮੈਂ ਇਹਦੇ ਨਾਲ ਹੀ ਜੋੜ ਕੇ ਗੱਲ ਕਰਾਂਗਾ ਕਿ ਜਦੋਂ ਬਾਲ ਸਭਾਵਾਂ ਸ਼ਨੀਵਾਰ ਨੂੰ ਲੱਗਦੀਆਂ ਸੀ ਤਾਂ ਅਧਿਆਪਕ ਸੀ ਜਿਹੜੇ ਆਪਣੇ ਬੱਚਿਆਂ ਨੂੰ ਸ਼ਨੀਵਾਰ ਨੂੰ ਦੁਪਹਿਰ ਤੋਂ ਬਾਅਦ ਉਹਦੇ ਵਿੱਚੋਂ ਇਕੱਠਿਆਂ ਨੂੰ ਬਿਠਾ ਕੇ ਕਹਾਣੀਆਂ ਸੁਣਦੇ ਸੀ, ਨਾਟਕ ਸੁਣਦੇ ਸੀ ਔਰ ਬਾਤਾਂ ਬੁਝਾਰਤਾਂ ਦਾ ਸਿਲਸਿਲਾ ਚੱਲਦਾ ਸੀ, ਗੀਤ ਸੁਣਦੇ ਸੀ। ਹੁਣ ਜਿਹੜੀਆਂ ਉਹ ਸਾਡੀਆਂ ਬਾਲ ਸਭਾਵਾਂ ਸੀ ਉਹ ਬੱਚੇ ਦੇ ਅੰਦਰ ਸਵੈ ਵਿਸ਼ਵਾਸ ਪੈਦਾ ਕਰਦੀਆਂ ਸੀ, ਆਤਮ ਵਿਸ਼ਵਾਸ ਪੈਦਾ ਕਰਦੀਆਂ ਸੀ, ਉਹਨਾਂ ਦੇ ਵਿੱਚ ਬੋਲਣ ਦਾ ਝਾਕਾ ਖੋਲ੍ਹਦੀਆਂ ਸੀ ਔਰ ਜਿਹੜੇ ਬੱਚੇ ਬਾਲ ਸਭਾਵਾਂ ਦੇ ਵਿੱਚ ਭਾਗ ਲੈਂਦੇ ਸੀ ਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਬੁਲਾਰੇ ਬਣਦੇ ਸੀ, ਚੰਗੇ ਅਦਾਕਾਰ ਬਣਦੇ ਸੀ। ਹੁਣ ਵੱਡੇ ਵੱਡੇ ਐਕਟਰਾਂ ਦੀਆਂ, ਬੜੇ ਬੜੇ ਅਦਾਕਾਰਾਂ ਦੀਆਂ, ਬੜੇ ਵੱਡੇ ਵਿਗਿਆਨੀਆਂ ਦੀਆਂ, ਲੇਖਕਾਂ ਦੀਆਂ ਤੁਸੀਂ ਸਵੈ ਜੀਵਨੀਆਂ ਪੜ੍ਹੋ ਤਾਂ ਉਹ ਸਾਨੂੰ ਕਹਿਣਗੇ ਕਿ ਜੀ ਮੈਂ ਸਕੂਲ ਦੇ ਵਿੱਚ ਬਾਲ ਸਭਾ ਦੇ ਵਿੱਚ ਸੀ, ਜਿਹੜਾ ਇਹ ਮੈਨੂੰ ਚਿਟਕ ਉੱਥੋਂ ਲੱਗੀ। ਔਰ ਜਦੋਂ ਸਾਡੇ ਸਕੂਲ ਦੇ ਵਿੱਚ ਜਿਹੜੇ ਰਸਾਲੇ ਨੇ, ਬੜੇ ਬੱਚਿਆਂ ਦੇ ਰਸਾਲੇ ਪੰਜਾਬੀ ਵਿੱਚ ਛਪਦੇ ਰਹੇ ਨੇ, ਬਾਲ ਸੰਦੇਸ਼ ਸੀ, ਬੀਬਾ ਰਾਣਾ ਸੀ, ਬਾਲਕ ਸੀ, ਪੰਖੜੀਆਂ ਹੈ ਜੀ, ਔਰ ਇਸ ਤਰ੍ਹਾਂ ਦੇ ਸਾਡੇ ਕੋਲ ਦੂਜੇ ਹਿੰਦੀ ਦੇ ਵਿੱਚ ਚੰਦਾ ਮਾਮਾ ਹੈ, ਚੰਪਕ ਹੈ, ਬਾਲ ਭਾਰਤੀ ਹੈ, ਲੋਟਪੋਟ ਹੈ। ਸੋ ਸਾਡੇ ਕੋਲ ਸਕੂਲ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਬੱਚਾ ਸਾਹਿਤ ਦੇ ਰਾਹੀਂ ਜੁੜ ਕੇ ਆਪਣੀ ਸ਼ਖਸੀਅਤ ਦਾ ਵਿਕਾਸ ਕਰਦਾ ਹੈ, ਆਪਣੀ ਭਾਸ਼ਾ ਨੂੰ ਵਧਾਉਂਦਾ ਹੈ ਔਰ ਆਪਣੇ ਵਿਹਲੇ ਸਮੇਂ ਦਾ ਸਾਰਥਕ ਉਪਯੋਗ, ਉਹਦੀ ਚੰਗੀ ਵਰਤੋਂ ਕਰਨੀ ਸਿੱਖਦਾ ਹੈ ਜੀ। ਅੱਜ ਕੱਲ ਸਮਾਂ ਬਦਲਿਆ ਤੇ ਡਿਜੀਟਲ ਜ਼ਮਾਨਾ ਆ ਗਿਆ ਜੀ। ਅੱਜ ਕੱਲ ਛੋਟੇ ਛੋਟੇ ਬੱਚੇ ਦੀ ਗੱਲ ਕਰਾਂ ਤੇ ਹੱਥ ਵਿੱਚ ਫੋਨ ਲੈ ਕੇ ਕਹਾਣੀਆਂ ਸੁਣਦੇ ਨਜ਼ਰ ਆਉਂਦੇ ਆ, ਪੋਇਮ ਸੁਣਦੇ ਨੇ, ਕਵਿਤਾਵਾਂ ਸੁਣਦੇ ਨੇ। ਉਹ ਕਿੰਨਾ ਕੁ ਮਤਲਬ ਫਾਇਦੇਮੰਦ ਹੈ ਬੱਚਿਆਂ ਦੇ ਲਈ? ਸੁਰਭੀ ਜੀ ਦੇਖੋ, ਜਦੋਂ ਅਸੀਂ ਮੋਬਾਈਲ ਦੀ ਗੱਲ ਕਰਦੇ ਹਾਂ ਅੱਜ ਦੇ ਗਿਆਨ ਵਿਗਿਆਨ ਦੇ ਯੁੱਗ ਦੇ ਵਿੱਚ ਤਾਂ ਇਹਦੇ ਦੋਨੋਂ ਪੱਖ ਨੇ ਜਿਹੜੇ ਮੈਂ ਸਮਝਦਾ ਕਿ ਸਾਡੇ ਸਾਹਮਣੇ ਆਉਂਦੇ ਨੇ।
ਮੋਬਾਈਲ ਦਾ ਫਾਇਦਾ ਵੀ ਬਹੁਤ ਹੈ ਜੀ, ਲੇਕਿਨ ਇਸ ਦੇ ਜਿਹੜੇ ਨਾਵਾਚੀ ਜਿਹੜੇ ਫੈਕਟਰ ਨੇ, ਜਿਹੜੇ ਨਾਵਾਚੀ ਇਹਦੇ ਪੱਖ ਨੇ, ਉਹ ਵੀ ਸਾਡੇ ਸਾਹਮਣੇ ਆਉਂਦੇ ਨੇ। ਜੀ, ਹੁਣ ਛੋਟਾ ਜਿਹੜਾ ਬੱਚਾ ਹੈ ਉਹ ਬਹੁਤ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਅਸੀਂ ਮੋਬਾਈਲ ਦੇ ਦਿੰਦੇ ਹਾਂ, ਜੀ, ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ ਬੱਚਾ ਉਹ ਮੋਬਾਈਲ ਦੇ ਜਿਹੜੇ ਉਹਦੇ ਜ਼ਿਆਦਾਤਰ ਉਹ ਖੇਡਾਂ ਖੇਡੇਗਾ, ਉਸ 'ਤੇ ਕਾਰਟੂਨ ਖੇਡੇਗਾ, ਠੀਕ ਹੈ ਨਾ। ਔਰ ਬੱਚਾ ਤੁਸੀਂ ਜਿੰਨਾ ਸਮਾਂ ਮੋਬਾਈਲ ਦੇਖੇਗਾ ਉਹਦੀਆਂ ਜ਼ਿਆਦਾ ਸਮਾਂ ਵਰਤੋਂ ਕਰਨ ਦੇ ਨਾਲ ਉਹਦਾ ਸਰੀਰਕ ਵਿਕਾਸ ਹੈ ਜਿਹੜਾ ਉਹਨੂੰ ਵੀ ਨੁਕਸਾਨ ਹੋਏਗਾ, ਅੱਖਾਂ ਨੂੰ ਵੀ ਨੁਕਸਾਨ ਹੈ। ਲਗਾਤਾਰ ਹਨੇਰੇ ਦੇ ਵਿੱਚ ਬੱਚਾ ਜਿਹੜਾ ਹੈਗਾ ਮਾਂ-ਬਾਪ ਤੋਂ ਚੋਰੀਓ ਉਹ ਦੇਖ ਰਿਹਾ ਹੈ, ਕਾਰਟੂਨ ਖੇਡ ਰਿਹਾ ਹੈ, ਉਹ ਹੋਰ ਵੀ ਖਤਰਨਾਕ ਸਾਬਤ ਹੁੰਦਾ ਹੈ। ਹੁਣ ਇਹੀ ਆਦਤ ਹੈ ਕਿ ਬੱਚੇ ਨੂੰ ਸਾਡੇ ਮੋਬਾਈਲ ਦੇ ਰਾਹੀਂ ਕੀ ਕੁਝ ਦੇਖ ਰਿਹਾ ਹੈ, ਇਹ ਦੇਖਣ ਵਾਲੀਆਂ ਗੱਲਾਂ ਨੇ। ਵੱਡੀ ਗੱਲ ਇਹ ਹੈ ਕਿ ਇਸ ਦੀ ਲਗਾਤਾਰ ਵਰਤੋਂ ਕਰਨੀ, ਅੰਨ੍ਹੇਵਾਹ ਵਰਤੋਂ ਕਰਨੀ, ਇਹ ਬੱਚੇ ਦੇ ਕਦਾਚਿਤ ਹਿੱਤ ਵਿੱਚ ਨਹੀਂ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਅੱਜ ਦੇ ਸੋਸ਼ਲ ਮੀਡੀਆ ਦੇ ਵਿੱਚ ਇਸ ਦਾ ਸਹੀ ਉਪਯੋਗ ਕਰੇ ਤਾਂ ਬਹੁਤ ਥੋੜ੍ਹੇ ਸਮੇਂ ਵਾਸਤੇ ਉਸ ਨੂੰ ਇਹ ਜਿਹੜਾ ਮੋਬਾਈਲ ਹੈ ਬੱਚੇ ਨੂੰ ਉਹ ਵਰਤਣ ਲਈ ਦਿੱਤਾ ਜਾਣਾ ਚਾਹੀਦਾ ਹੈ। ਨਹੀਂ ਤੇ ਸਾਡਾ ਬੱਚਾ ਜਿਹੜਾ ਹੈ ਉਹ ਆਪਣੀ ਸਿੱਖਿਆ ਨੂੰ ਪਾਸੇ ਕਰਕੇ, ਠੀਕ ਹੈ ਨਾ, ਉਹ ਆਪਣਾ ਬੇਲੋੜੀਆਂ ਗੇਮਾਂ ਦੇ ਵਿੱਚ, ਖੇਡਾਂ ਦੇ ਵਿੱਚ ਉਹ ਸਮਾਂ ਉਸ ਦਾ ਜਿਹੜਾ ਉਸ ਨੂੰ ਉਹ ਗਵਾਏਗਾ, ਜਿਹਦੇ ਨਾਲ ਉਹਦੀ ਸਿੱਖਿਆ ਦਾ ਵੀ ਨੁਕਸਾਨ ਹੋਏਗਾ ਔਰ ਉਸ ਦਾ ਜਿਹੜਾ ਭਵਿੱਖ ਹੈ ਜਿਹੜਾ ਉਹ ਵੀ ਬਹੁਤਾ ਸ਼ਾਨਦਾਰ ਨਹੀਂ ਹੋਏਗਾ ਜੇਕਰ ਬੱਚੇ ਨੂੰ ਅਸੀਂ ਸਾਰਾ ਦਿਨ ਮੋਬਾਈਲ ਦੇ ਕੇ ਰੱਖੀਏ। ਜੀ ਜੀ ਗੱਲ ਕਰਾਂ ਮੈਂ ਔਖੇ ਵਿਸ਼ਿਆਂ ਦੀ, ਬਹੁਤ ਸਾਰੇ ਔਖੇ ਵਿਸ਼ੇ ਆਉਂਦੇ ਆ ਤੇ ਔਖੇ ਵਿਸ਼ਿਆਂ ਨੂੰ ਕਿਸ ਤਰੀਕੇ ਦੇ ਨਾਲ ਬਾਲ ਸਾਹਿਤ ਜਿਹੜਾ ਹੈ ਇੰਟਰਸਟਿੰਗ ਬਣਾਉਂਦਾ ਹੈ, ਦਿਲਚਸਪ ਬਣਾਉਂਦਾ ਹੈ? ਜਿਹੜੇ ਔਖੇ ਭਾਰੇ ਵਿਸ਼ੇ ਨੇ ਨਾ ਬੱਚਿਆਂ ਨੂੰ ਵੀ ਕਿਵੇਂ ਪੇਸ਼ ਕੀਤੇ ਜਾ ਸਕਦੇ ਨੇ। ਕਈ ਸੁਰਭੀ ਜੀ ਵਿਸ਼ੇ ਐਸੇ ਨੇ ਵਿਦੇਸ਼ਾਂ ਦੇ ਵਿੱਚ ਬੱਚਿਆਂ ਦੇ ਸਾਹਿਤ ਦੇ ਨਾਮ ਤੇ ਜਿਨ੍ਹਾਂ ਨੂੰ ਅਸੀਂ ਵਰਜਿਤ ਵਿਸ਼ੇ ਆਖਦੇ ਹਾਂ। ਹੁਣ ਬੱਚਿਆਂ ਨੂੰ ਵਰਜਿਤ ਵਿਸ਼ਿਆਂ ਬਾਰੇ ਅਸੀਂ ਜਾਣਕਾਰੀ ਸਿੱਧੇ ਤੌਰ ਤੇ ਨਹੀਂ ਦੇ ਸਕਦੇ, ਲੇਕਿਨ ਅਸੀਂ ਚਾਹੁੰਦੇ ਵੀ ਹਾਂ ਕਿ ਭਾਈ ਬੱਚਾ ਜਾਣੇ ਕਿ ਮਨੁੱਖੀ ਵਿਕਾਸ ਕਿਵੇਂ ਹੋਇਆ ਤੇ ਮਨੁੱਖ ਦੀ ਜਿਹੜੀ ਯਾਤਰਾ ਉਹ ਕਿਵੇਂ ਹੁੰਦੀ ਹੈ, ਲੇਕਿਨ ਉਸ ਨੂੰ ਤਰੀਕੇ ਦੇ ਨਾਲ ਅਸੀਂ ਆਪਣੇ ਬੱਚੇ ਨੂੰ ਸਮਝਾ ਸਕਦੇ ਹਾਂ। ਹੁਣ ਮਿਸਾਲ ਦੇ ਤੌਰ ਤੇ ਜੇ ਅਸੀਂ ਕਹੀਏ ਕਿ ਵਿਗਿਆਨ ਦੇ, ਹਿਸਾਬ ਦੇ, ਗਣਿਤ ਦੇ ਜਿਹੜੇ ਔਖੇ ਭਾਰੇ ਸਬਜੈਕਟ ਨੇ ਉਹ ਬੱਚੇ ਨੂੰ, ਛੋਟੇ ਬੱਚਿਆਂ ਨੂੰ ਕਈਆਂ ਨੂੰ ਨਹੀਂ ਸਮਝ ਆਉਂਦੇ, ਉਸ ਨੂੰ ਕੇਵਲ ਵੱਡੀਆਂ ਜਮਾਤਾਂ ਦੇ ਵਿੱਚ ਹੀ ਜਾ ਕੇ ਬੱਚੇ ਨੂੰ ਉਹਦੀ ਜਿਹੜੀ ਪਰਿਭਾਸ਼ਾ ਹੈ, ਉਹਦੇ ਜਿਹੜੇ ਪੱਖ ਨੇ, ਉਹ ਵਿਸ਼ੇ ਨੇ ਜਿਹੜੇ ਉਹ ਤਾਂ ਹੀ ਸਮਝ ਆ ਸਕਦੇ ਨੇ। ਸੋ ਔਖੇ ਭਾਰੇ ਵਿਸ਼ਿਆਂ ਨੂੰ ਬੱਚਿਆਂ ਲਈ ਦਿਲਚਸਪ ਬਣਾਉਣ ਵਾਸਤੇ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਵਿਜ਼ੂਅਲਾਈਜ਼ ਕੀਤਾ ਜਾਵੇ, ਉਹਨਾਂ ਦੇ ਚਰਿੱਤਰ 'ਚ, ਉਹਨਾਂ ਨੂੰ ਚੰਗੀਆਂ ਫਿਲਮਾਂ ਦੇ ਰੂਪ ਦੇ ਵਿੱਚ ਹੈ ਜਿਹੜਾ ਦ੍ਰਿਸ਼ ਚਿੱਤਰਨ ਦੇ ਰੂਪ ਦੇ ਵਿੱਚ ਹੈ, ਉਹਦੇ ਰਾਹੀਂ ਉਹ ਸਮਝਾਇਆ ਜਾਵੇ। ਸਕੂਲਾਂ ਦੇ ਵਿੱਚ ਖੇਡ ਵਿਧੀ ਹੈ, ਖੇਡ ਦੇ ਰਾਹੀਂ ਅਸੀਂ ਉਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਉਹ ਸੌਖੇ ਬਣਾ ਸਕਦੇ ਹਾਂ। ਮਿਸਾਲ ਵਜੋਂ ਜੇਕਰ ਮੈਂ ਹੁਣ ਕੋਈ ਮੰਨ ਲਓ ਮੈਂ ਟੀਵੀ ਬਾਰੇ ਪੁਸਤਕ ਲਿਖ ਰਿਹਾ ਹਾਂ ਤਾਂ ਉਹ ਟੀਵੀ ਦਾ ਮੈਂ ਸਿਰਲੇਖ ਵੀ ਰੱਖ ਸਕਦਾ ਹਾਂ, ਤਸਵੀਰਾਂ ਬੋਲਦੀਆਂ। ਸਾਡੇ ਕੋਲ ਬੱਚਿਆਂ ਦੀਆਂ ਕਿਤਾਬਾਂ ਨੇ ਇਸ ਪੱਖ ਦੇ ਉੱਪਰ। ਮੰਨ ਲਓ ਕਿਸੇ ਲੇਖਕ ਨੇ ਹੋਰ ਕਿਤਾਬ ਲਿਖੀ, ਮੱਛੀਆਂ ਬਾਰੇ ਕਿਤਾਬ ਲਿਖੀ, ਤਾਂ ਉਸਨੇ ਮੱਛੀਆਂ ਬਾਰੇ ਕਿਤਾਬ ਲਿਖ ਦਿੱਤੀ ਜਲ ਪਰੀਆਂ ਹੈ ਜੀ। ਤੇ ਹੁਣ ਤਾਰਿਆਂ ਬਾਰੇ ਕਿਤਾਬ ਲਿਖੀ ਬੱਚਿਆਂ ਬਾਰੇ, ਤਾਂ ਵਿਗਿਆਨੀ ਨੇ ਲਿਖ ਦਿੱਤਾ ਤਾਰਿਆਂ ਦੀ ਬਰਸਾਤ। ਸੋ ਇਸ ਤਰ੍ਹਾਂ ਦੀ ਜਿਹੜੀ ਦਿਲਚਸਪੀ ਹੈ ਜਿਹੜੀ ਨਾ ਉਹ ਬੱਚਿਆਂ ਲਈ ਚੰਗੀਆਂ ਤਸਵੀਰਾਂ ਦੇ ਰਾਹੀਂ ਉਹਨੂੰ ਵਿਜ਼ੂਅਲਾਈਜ਼ ਕਰਕੇ ਬੱਚਿਆਂ ਲਈ ਜਿਹੜੇ ਔਖੇ ਭਾਰੇ ਵਿਸ਼ੇ ਨੇ ਉਹਨੂੰ ਅਸੀਂ ਦਿਲਚਸਪ ਬਣਾ ਸਕਦੇ ਹਾਂ। ਔਰ ਜਦੋਂ ਬੱਚਾ ਉਹਨਾਂ ਦੇ ਰਾਹੀਂ ਐਨੀਮੇਸ਼ਨ ਦੇ ਰੂਪ ਦੇ ਵਿੱਚ, ਇਹ ਜਿਹੜਾ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਗਿਆਨ ਵਿਗਿਆਨ ਦਾ ਯੁੱਗ ਹੈ। ਜਿਹੜੇ ਸਾਡੇ ਪੰਜਾਬੀ ਦੀਆਂ ਦਿਲਚਸਪ ਕਹਾਣੀਆਂ ਨੇ, ਕਵਿਤਾਵਾਂ ਨੇ, ਨਾਟਕ ਨੇ, ਇਕਾਂਗੀ ਨੇ ਸਾਡੇ ਕੋਲੇ, ਉਹਨਾਂ ਨੂੰ ਐਨੀਮੇਸ਼ਨ ਦੇ ਰੂਪ ਦੇ ਵਿੱਚ ਵੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਹਦੇ ਨਾਲ ਮਾਂ ਬੋਲੀ ਦਾ ਵੀ ਵਿਕਾਸ ਹੋਣਾ ਹੈ ਔਰ ਬੱਚਾ ਜਿਹੜਾ ਹੈ ਉਹ ਆਧੁਨਿਕ ਯੁੱਗ ਦੇ ਨਾਲ ਵੀ ਜੁੜਿਆ ਰਹਿੰਦਾ ਜੀ। ਦੂਜੇ ਮੁਲਕਾਂ ਦੀ ਗੱਲ ਕਰਾਂ ਤੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਪੰਜਾਬੀ ਬਾਲ ਸਾਹਿਤ ਦੀ ਕੀ ਸਥਿਤੀ ਹੈ ਉਹਨਾਂ ਦੇ ਮੁਕਾਬਲੇ? ਸੁਰਭੀ ਜੀ, ਜਦੋਂ ਅਸੀਂ ਦੂਜੇ ਮੁਲਕਾਂ ਦੀ ਗੱਲ ਕਰਦੇ ਹਾਂ ਕਿ ਉੱਥੇ ਵੀ ਸਾਡੇ ਜਿਹੜੇ ਵੱਡੇ ਲੇਖਕ ਹੋਏ ਨੇ ਨਾ, ਉਹਨਾਂ ਨੇ ਬੱਚੇ ਲਈ ਬੜਾ ਖੂਬਸੂਰਤ ਲਿਖਿਆ। ਮਿਸਾਲ ਦੇ ਤੌਰ ਤੇ ਮੈਂ ਲਿਓ ਟਾਲਸਟਾਏ ਦੀ ਗੱਲ ਕਰਨੀ ਚਾਹਾਂਗਾ। ਰੂਸ ਦਾ ਬਹੁਤ ਵੱਡਾ ਸਾਡਾ ਲੇਖਕ ਹੈ ਔਰ ਉਹ ਬੱਚਿਆਂ ਨੂੰ ਕਿਵੇਂ ਕਹਾਣੀ ਦੇ ਰਾਹੀਂ ਰਸ ਪ੍ਰਦਾਨ ਕਰਨਾ ਹੈ ਉਹ ਲਿਖਦਾ। ਛੋਟੇ-ਛੋਟੀਆਂ ਕਹਾਣੀਆਂ ਨੇ। ਉਹਨੇ ਇੱਕ ਕਹਾਣੀ ਲਿਖੀ, ਇੱਕ ਉਹਦੀ ਪੁਸਤਕ ਹੈ ਕੀੜੀ ਤੇ ਘੁੱਗੀ। ਇਸ ਦਾ ਪੰਜਾਬੀ ਭਾਸ਼ਾ ਦੇ ਵਿੱਚ ਵੀ 70 ਤੋਂ ਵੱਧ ਜਿਹੜੇ ਐਡੀਸ਼ਨ ਨੇ ਅਨੁਵਾਦ ਦੇ ਵਿੱਚ ਛਪ ਚੁੱਕੇ ਨੇ। ਔਰ ਕੀੜੀ ਤੇ ਘੁੱਗੀ ਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਹੈ ਮਾਲਕ ਤੇ ਕਾਮਾ। ਉਹ ਜਿਹੜਾ ਮਾਲਕ ਹੈ ਆਪਣੇ ਕਾਮੇ ਨੂੰ ਕਹਿੰਦਾ ਕਿ ਜਾ ਭਾਈ ਗੁਆਂਢੀਆਂ ਦੇ ਘਰ ਵਿਆਹ ਹੈ, ਉੱਥੇ ਜਾ ਕੇ ਦੇਖ ਕੇ ਆ, ਬੜੇ ਲੋਕ ਆਏ ਹੋਏ ਹੋਣਗੇ, ਤੂੰ ਇਹ ਦੇਖ ਕੇ ਆ ਵੀ ਕਿੰਨੇ ਕੁ ਲੋਕ ਆਏ ਨੇ, ਬੜੇ ਲੋਕ ਹੋਣਗੇ ਆ ਕੇ। ਤੇ ਜਿਹੜਾ ਉਹ ਕਾਮਾ ਹੈ, ਉਸ ਦਾ ਨੌਕਰ ਹੈ, ਉਹ ਮਾਲਕ ਦਾ ਹੁਕਮ ਪਾ ਕੇ ਕੀ ਕਰਦਾ ਹੈ, ਇੱਕ ਘਰੋਂ ਲੱਕੜੀ ਦਾ ਜਿਹੜਾ ਹੈ ਨਾ ਢੇਲਾ ਚੁੱਕਦਾ, ਲੱਕੜੀ ਦਾ ਇੱਕ ਛੋਟਾ ਜਿਹਾ ਗੱਠੜ ਚੁੱਕਦਾ ਤੇ ਉਹ ਟੁਕੜਾ ਜਿਹੜਾ ਲੱਕੜ ਦਾ ਜਾ ਕੇ ਨਾ ਉਹ ਵਿਆਹ ਵਾਲੇ ਘਰੇ, ਉਹ ਵਿਆਹ ਵਾਲਿਆਂ ਦੇ ਘਰ ਦੇ ਅੱਗੇ ਦਹਲੀਜ਼ ਦੇ ਕੋਲੇ ਜਾ ਕੇ ਰੱਖ ਦਿੰਦਾ ਉਸ ਨੂੰ।
ਔਰ ਜਦੋਂ ਲੱਕੜੀ ਦਾ ਮੁੱਢ ਹੈ ਜਿਹੜਾ ਉਹ ਰੱਖ ਦਿੰਦਾ ਤੇ ਆਪ ਥੜੇ ਤੇ ਜਾ ਕੇ ਬਹਿ ਜਾਂਦਾ। ਅੱਛਾ, ਉਹ ਦੇਖਦਾ ਸਥਿਤੀ ਨੂੰ। ਤੇ ਜਦੋਂ ਵਿਆਹ ਤੋਂ ਬਾਅਦ ਇੱਕ ਇੱਕ ਕਰਕੇ ਲੋਕ ਬਾਹਰ ਆਣੇ ਸ਼ੁਰੂ ਹੁੰਦੇ ਨੇ ਨਾ, ਤੇ ਸਾਰਿਆਂ ਦੇ ਜਿਹੜੇ ਪੈਰ ਨੇ ਉਸ ਲੱਕੜੀ ਦੇ ਮੁੱਢ ਦੇ ਵਿੱਚ ਵੱਜਦੇ ਨੇ। ਉਹ ਸਾਰੇ ਲੋਕ ਨੇ ਜਿਹੜੇ ਉਹ ਮਾੜਾ ਮੰਦਾ ਚੰਗਾ ਬੋਲਦੇ ਹੋਏ ਉਸ ਨੂੰ ਮਤਲਬ ਉਹ ਅੱਗੇ ਆਪਣੇ ਚਲੇ ਜਾਂਦੇ ਨੇ। ਫਿਰ ਕੁਝ ਦੇਰ ਬਾਅਦ ਇੱਕ ਬਜ਼ੁਰਗ ਔਰਤ ਹੈ ਜਿਹੜੀ ਉੱਥੋਂ ਆਉਂਦੀ ਹੈ। ਜਦੋਂ ਉਸ ਬਜ਼ੁਰਗ ਔਰਤ ਦੇ ਪੈਰ ਨੂੰ ਉਹ ਲੱਕੜੀ ਦਾ ਮੁੱਢ ਵੱਜਦਾ ਹੈ ਨਾ, ਉਹ ਮੰਦਾ ਚੰਗਾ ਨਹੀਂ ਬੋਲਦੀ, ਉਹ ਉਸ ਲੱਕੜੀ ਦੇ ਮੁੱਢ ਨੂੰ ਚੁੱਕਦੀ ਹੈ ਤੇ ਇੱਕ ਸਾਈਡ ਤੇ ਜਾ ਕੇ ਰੱਖ ਦਿੰਦੀ ਹੈ। ਉਹ ਜਿਹੜਾ ਨੌਕਰ ਹੈ ਉਹ ਸਾਰਾ ਕੁਝ ਵਾਚ ਕਰ ਰਿਹਾ ਹੈ, ਸਥਿਤੀ ਨੂੰ ਦੇਖ ਰਿਹਾ ਹੈ। ਉਹ ਫਿਰ ਉਹਦੇ ਜਾਣ ਤੋਂ ਬਾਅਦ ਮੁੱਢ ਚੁੱਕ ਕੇ ਆਪਣੇ ਮਾਲਕ ਕੋਲੇ ਆਉਂਦਾ ਤੇ ਮਾਲਕ ਨੂੰ ਆ ਕੇ ਦੱਸਦਾ ਹੈ। ਮਾਲਕ ਪੁੱਛਦਾ ਹੈ ਕਿ ਬੜੇ ਲੋਕ ਆਏ ਹੋਣਗੇ ਵਿਆਹ 'ਚ? ਉਹ ਕਹਿੰਦਾ ਜੀ ਮੈਨੂੰ ਤੇ ਬੜੇ ਲੋਕ ਨਜ਼ਰ ਨਹੀਂ ਆਏ, ਸਿਰਫ ਮੈਨੂੰ ਇੱਕੋ ਇਨਸਾਨ ਨਜ਼ਰ ਆਇਆ, ਔਰ ਉਹ ਇਨਸਾਨ ਸੀ ਉਹ ਬਜ਼ੁਰਗ ਮਾਤਾ, ਜਿਸ ਦੇ ਪੈਰ ਨੂੰ ਉਹ ਲੱਕੜ ਦਾ ਸੀ ਜਿਹੜਾ ਮੁੱਢ ਵੱਜਿਆ ਜਦੋਂ, ਤਾਂ ਉਸ ਨੇ ਸਭ ਤੋਂ ਪਹਿਲਾਂ ਉਹ ਮੁੱਢ ਚੁੱਕ ਕੇ ਦਰਵਾਜ਼ੇ ਦੀ ਦਹਿਲੀਜ਼ 'ਚੋਂ ਉਹ ਬਰੂਹਾਂ ਦੇ ਵਿੱਚੋਂ ਪਾਸੇ ਰੱਖ ਦਿੱਤਾ, ਤਾਂ ਜੋ ਕਿਸੇ ਹੋਰ ਆਉਣ ਵਾਲੇ ਦੇ ਉਹ ਜਿਹੜਾ ਮੁੱਢ ਹੈ ਉਹ ਉਹਦੇ ਪੈਰ ਵਿੱਚ ਨਾ ਵੱਜੇ। ਉਹ ਕਹਿੰਦਾ ਵੀ ਅਸਲੀ ਇਨਸਾਨ ਉਹ ਹੀ ਜਿਹੜੀ ਬਜ਼ੁਰਗ ਔਰਤ ਸੀ। ਔਰ ਸੁਰਭੀ ਜੀ, ਜਦੋਂ ਮੈਂ ਇਹ ਕਹਾਣੀ ਪੜ੍ਹ ਰਿਹਾ ਸੀ, ਬਹੁਤ ਲੰਮਾ ਸਮਾਂ ਪਹਿਲਾਂ ਪੜ੍ਹੀ, ਤਾਂ ਮੈਨੂੰ ਸਾਡੇ ਉਸਤਾਦ ਸ਼ਾਇਰ ਹੋਏ ਨੇ ਬਰਕਤ ਰਾਮ ਯੁਮਨ, ਉਹਨਾਂ ਦਾ ਸ਼ੇਅਰ ਯਾਦ ਆ ਗਿਆ। ਉਹ ਲਿਖਦਾ ਹੈ ਕਿ ਉਹ ਦੁਨੀਆ ਵਾਲਿਓ ਪੁੱਛੋ ਕਿਸੇ ਮਰ ਜਾਣ ਵਾਲੇ ਤੋਂ ਕਿ ਜੀਣਾ ਕਿੰਨਾ ਔਖਾ ਹੈ, ਮਰਨ ਆਸਾਨ ਕਿੰਨਾ ਹੈ, ਯੂਮਨ ਭਗਵਾਨ ਬਣ ਸਕਦਾ ਹੈ ਕਿ ਨਹੀਂ, ਇਹ ਫੇਰ ਦੇਖਾਂਗੇ, ਅਜੇ ਤਾਂ ਜਾਂਚਣਾ ਇਹ ਆਦਮੀ ਇਨਸਾਨ ਕਿੰਨਾ ਹੈ। ਹਾਲੇ ਤਾਂ ਇਨਸਾਨ ਹੈ ਜਿਹੜਾ ਅਸੀਂ ਇਹ ਦੇਖਣਾ ਕਿ ਭਾਈ ਤੂੰ ਇਨਸਾਨ ਕਿੰਨਾ ਕੁ ਹੈ, ਇਹ ਗੱਲ ਦੇਖਣ ਵਾਲੀ ਹੈ। ਭਗਵਾਨ ਬਣਨ ਵਾਲੀ ਗੱਲ ਤਾਂ ਬਹੁਤ ਦੂਰ ਦੇ ਗੱਲਾਂ ਨੇ। ਸੋ ਜਿਹੜਾ ਚੰਗਾ ਬਾਲ ਸਾਹਿਤ ਹੈ ਉਹ ਪੱਛਮੀ ਮੁਲਕਾਂ ਦੇ ਵਿੱਚ ਜੋ ਵੀ ਲਿਖਿਆ ਗਿਆ, ਹੁਣ ਸਾਡੇ ਕੋਲੇ ਹੈਰੀ ਪੋਟਰ ਦੀ ਮਿਸਾਲ ਹੈ। ਹੈਰੀ ਪੋਟਰ ਦੀ ਜਦੋਂ ਲੇਖਕਾ J.K. ਰੋਲਿੰਗ ਜਿਹੜੀ ਇਸ ਵੇਲੇ ਇੰਗਲੈਂਡ ਦੇ ਵਿੱਚ ਹੈ, ਉਸ ਨੇ ਜਦੋਂ ਇਹਦੇ ਵਾਲੀਅਮ ਲਿਖੇ ਤਾਂ ਉਹਨੇ ਬੱਚਿਆਂ ਦੀ ਸਾਈਕੀ ਨੂੰ ਪਕੜਿਆ ਕਿ ਮੈਨੂੰ ਬੱਚਿਆਂ ਲਈ ਕਿਸ ਤਰ੍ਹਾਂ ਦੀ ਭਾਸ਼ਾ ਵਰਤਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ, ਔਰ ਕਿਸ ਤਰ੍ਹਾਂ ਦੇ ਵਿਸ਼ੇ ਵਰਤਣੇ ਚਾਹੀਦੇ ਨੇ। ਸਭ ਤੋਂ ਵੱਡੀ ਗੱਲ ਇਹ ਕਿ ਜਿੱਥੇ ਸਾਡੇ ਵਿਦੇਸ਼ੀ ਲੇਖਕਾਂ ਨੇ ਦਿਲਚਸਪ ਬਾਲ ਸਾਹਿਤ ਲਿਖਿਆ, ਉੱਥੇ ਸਾਡੇ ਭਾਰਤ ਦੇ ਵਿੱਚ ਸਾਡੇ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਬੜਾ ਖੂਬਸੂਰਤ ਬਾਲ ਸਾਹਿਤ ਲਿਖਿਆ, ਮੁਨਸ਼ੀ ਪ੍ਰੇਮ ਚੰਦ ਨੇ ਲਿਖਿਆ, ਸਾਡੇ ਕੋਲ ਗਿਆਨੀ ਧਰਮੰਤ ਸਿੰਘ ਸੀਤਲ ਦੀ ਉਦਾਹਰਨ ਹੈ, ਗਿਆਨੀ ਲਾਲ ਸਿੰਘ ਗੁਜਰਾਂਵਾਲੇ ਦੀ ਉਦਾਹਰਨ ਹੈ, ਅਜਾਇਬ ਚਿੱਤਰਕਾਰ ਹੈ ਸਾਡੇ ਕੋਲੇ, ਗੁਰਦਿਆਲ ਸਿੰਘ ਹੈ। ਸਾਡੇ ਬਹੁਤ ਸਾਰੇ ਬਾਲ ਸਾਹਿਤ ਅੱਜ ਦੇ ਵਿੱਚ ਬੜਾ ਸੋਹਣਾ ਲਿਖ ਰਹੇ ਨੇ। ਲੇਕਿਨ ਵੱਡੀ ਗੱਲ ਇਹ ਹੈ ਕਿ ਸਾਡੇ ਕੋਲ ਮਿਆਰੀ ਬਾਲ ਸਾਹਿਤ ਹੈ ਜਿਹੜਾ, ਉਹਦੀ ਅਜੇ ਵੀ ਘਾਟ ਹੈ। ਸਾਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ। ਬਾਲ ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਨਾ ਤੁਸੀਂ ਮਾਪਿਓ ਤੇ ਅਧਿਆਪਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਤਾਂ ਬਸ ਇਹੀ ਹੈ ਜੀ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਦਾ ਮਾਨਸਿਕ ਵਿਕਾਸ ਹੋਵੇ, ਉਹਨੂੰ ਅਦਬ ਦੀਆਂ ਕਿਤਾਬਾਂ ਦਿੱਤੀਆਂ ਜਾਣ, ਚੰਗੀਆਂ ਪੁਸਤਕਾਂ ਲੈ ਕੇ ਦਿੱਤੀਆਂ ਜਾਣ। ਜਿੱਥੇ ਕਿਤੇ ਵੀ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਹੈ, ਆਪਣੇ ਬੱਚੇ ਨੂੰ ਉੱਥੇ ਜ਼ਰੂਰ ਲੈ ਕੇ ਜਾਓ ਔਰ ਉਸ ਨੂੰ ਉਹਦੀ ਪਸੰਦ ਦੀਆਂ ਕਿਤਾਬਾਂ ਲੈ ਕੇ ਦਿਓ। ਅੱਜ ਕੱਲ੍ਹ ਬੜੇ ਮਹਿੰਗੇ ਤੋਹਫੇ ਨੇ ਜਿਹੜੇ ਅਸੀਂ ਬੱਚਿਆਂ ਦੇ ਜਨਮ ਦਿਨਾਂ ਦੇ ਉੱਪਰ ਦਿੰਦੇ ਹਾਂ। ਚੰਗੀਆਂ ਪੁਸਤਕਾਂ ਦੇ ਜਿਹੜੇ ਤੋਹਫੇ ਨੇ ਉਹ ਸਾਡੇ ਬੱਚਿਆਂ ਨੂੰ ਦਿੱਤੇ ਜਾਣੇ ਚਾਹੀਦੇ ਨੇ। ਜਦੋਂ ਪੁਸਤਕ ਦੇ ਨਾਲ ਬੱਚੇ ਦੀ ਸਾਂਝ ਪਏਗੀ ਤਾਂ ਉਹ ਜਿਹੜੀ ਸਾਂਝ ਹੈ ਉਹ ਸਦੀਵੀ ਰਹੇਗੀ। ਚੰਗੀ ਪੁਸਤਕ ਦੇ ਵਿੱਚੋਂ ਪੜ੍ਹੀ ਹੋਈ ਰਚਨਾ ਬੱਚੇ ਦਾ ਸਾਰੀ ਉਮਰ ਲਈ ਮਾਰਗਦਰਸ਼ਨ ਕਰੇਗੀ ਔਰ ਉਹਦੇ ਵਿੱਚੋਂ ਭੁੱਲੇਗਾ ਨਹੀਂ ਕਦੇ। ਔਰ ਬੱਚੇ ਨੂੰ ਅੱਜ ਵੀ ਤੁਸੀਂ ਜਦੋਂ ਸਾਨੂੰ ਕੋਈ ਪੁੱਛੇ ਕਿ ਸਾਡੇ ਮਨ ਦੇ ਵਿੱਚ ਯਾਦ ਹੁੰਦਾ ਕਿ ਇਹ ਜੀ ਮੈਂ ਦੂਜੀ ਜਮਾਤ ਵਿੱਚ ਪੜ੍ਹੀ ਸੀ ਕਹਾਣੀ, ਇਹ ਕਹਾਣੀ ਮੈਂ 5ਵੀਂ ਜਮਾਤ ਵਿੱਚ ਪੜ੍ਹੀ ਸੀ, ਉਹ ਸਾਡੇ ਦਿਲ ਦੇ ਵਿੱਚ ਵਸ ਜਾਂਦੀਆਂ ਨੇ। ਔਰ ਜੇ ਅਸੀਂ ਕਹੀਏ ਕਿ ਸਾਡੇ ਮਾਪਿਆਂ ਨੂੰ ਵੀ ਇਹ ਵੱਡੀ ਲੋੜ ਹੈ, ਅਧਿਆਪਕਾਂ ਨੂੰ ਵੀ ਜ਼ਰੂਰਤ ਹੈ ਕਿ ਬੱਚੇ ਨੂੰ ਚੰਗੇ ਸਾਥ ਦੇ ਰੂਪ ਦੇ ਵਿੱਚ ਚੰਗੀਆਂ ਸਾਖੀਆਂ, ਕਹਾਣੀਆਂ, ਗਿਆਨ ਵਿਗਿਆਨ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਉਹ ਪੁਸਤਕਾਂ ਲੈ ਕੇ ਦਿਓ। ਚੰਗੀਆਂ ਪੁਸਤਕਾਂ ਨੇ ਉਹ ਬੱਚੇ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣਗੀਆਂ, ਅਗਿਆਨਤਾ ਤੋਂ ਗਿਆਨ ਵੱਲ ਲੈ ਕੇ ਜਾਣਗੀਆਂ ਔਰ ਬੱਚਾ ਜਿਹੜਾ ਉਹ ਆਪਣੀ ਮੰਜ਼ਿਲ ਦੀ ਜਿਹੜੀ ਚੋਣ ਹੈ ਔਰ ਆਪਣੀ ਕਿ ਉਹਨੂੰ ਟੀਚਾ ਮਿੱਥਿਆ ਜਿਹੜਾ ਉਸ ਨੂੰ ਉਹ ਚੁਣਨ ਦੇ ਵਿੱਚ, ਆਪਣੀ ਮੰਜ਼ਿਲ ਤੱਕ ਆਸਾਨੀ ਦੇ ਵਿੱਚ ਜਾਣ ਦੇ ਵਿੱਚ ਚੰਗਾ ਸਾਥੀ ਵਾਂਗ ਉਹਦਾ ਰੋਲ ਨਿਭਾਉਣਗੀਆਂ ਚੰਗੀਆਂ ਪੁਸਤਕਾਂ। ਸੋ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਪੁਸਤਕਾਂ ਦੇਈਏ ਔਰ ਉਹਦੇ ਨਾਲ ਹੀ ਸਾਡੇ ਬੱਚਿਆਂ ਦਾ ਮਾਨਸਿਕ ਵਿਕਾਸ ਹੈ ਜਿਹੜਾ ਉਹ ਸੰਭਵ ਹੋ ਸਕਦਾ ਜੀ। ਸੋ ਬੱਚਿਆਂ ਦੇ ਜੀਵਨ ਦੇ ਵਿੱਚ ਬਾਲ ਸਾਹਿਤ ਕਿੰਨੀ ਵੱਡੀ ਭੂਮਿਕਾ ਨਿਭਾਉਂਦਾ, ਇਸ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਮਾਹਿਰਮੈਨ ਡਾਕਟਰ ਦਰਸ਼ਨ ਸਿੰਘ ਆਸ਼ਟੀ ਨੇ। ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੂਰਦਰਸ਼ਨ ਦਾ ਵੀ ਬਹੁਤ ਬਹੁਤ ਧੰਨਵਾਦ।